आप लिए लाड़ लाए दर दरवेश भये। तिन धन जनेंदी माओ आए सफल से। सतगुर मिलिया उल्टी पई भाई। जीवत मरै तां बूझ पाए। सो गुरु सो सिख है भाई। जिस ज्योति ज्योत मिलाए। परम सन्मानयोग सरवरे कायनात वालिए कुल आलम। सर्व कला समरथ जागत जोत जगत गुरु। साहिब सतगुरु श्री गुरु ग्रंथ साहिब पातशाह जी दी पावन हजूरी अंदर सुभाएमान। गुरु प्यारी गुरु सवारी साध संगत जीओ। सब वडभागी हाँ जिन्हां नूं मीरी पीरी दे मालक साहिब सतगुरु श्री गुरु हरगोबिंद साहिब पातशाह जी दे पावन अस्थान गुरुद्वारा श्री अदालत साहिब विखे हर साल की तरह इस वार भी गुरु घर दे अनन सेवक सरदार गुरजीत सिंह जी तथा उन्हां दे समूह परिवार नगर निवासियों वालों अते होली सिटी दियां समूह संगतां अमृतसर साहिब दी पावन धरती ते गुरु घर दे अनन सेवक सिरलथ जोधे अणखी जरनैल अमर शहीद बाबा दीप सिंह जी दे जन्म दिहाड़े नूं बड़ी शरधा भावना सहित मनाउंदे हन। आओ सब तो पहला मन बिरतियां नूं करिए इकागर। गुरमत विचारां नाल सारे जुड़न दा यतन करिए। प्यार सहित अदब सहित सारे उचारण करो। आखो जी वाहिगुरु जी का खालसा वाहिगुरु जी की फतेह। गुरु की संगत विच आउण नाल विचार बदल जाते ने। विचारां दा बदल जाना ही जीवन दा बदलना है। गुरु नानक जोत ने 10 जामे धारण करके मनुखता दे उपर संसार भर विच अनेकां पर उपकार कीते हन। इसे लड़ी दे दौरान गुरु की संगत विच आके जिन्हां दा जीवन तब्दील होया है। भाई मरदाना जी तो लैके बाबा बंदा सिंह बहादुर तक 1469 तो लैके 1708 तक का जिहड़ा गुर इतिहास है। सिख तवारीख दे पन्नियां ते अनेकां गुरसिख जिहड़े ने उन्हां दा जीवन सुनहरी अखरां विच उकरिया होया है। अमर शहीद बाबा दीप सिंह जी जिन्हां दा जन्म 1682 नूं अमृतसर जिले दे पिंड पहूविंड विखे सत्कारयोग पिता भाई भगत सिंह जी सत्कारयोग माता जिउण कौर जी दी पावन कुख तो होया। ਧੁਰ ਕੀ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ
ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਜਦੋਂ ਵੀ ਐਸੇ ਪ੍ਰਭੂ ਪਿਆਰਿਆਂ ਦੀ ਆਮਦ ਜਗਤ ਵਿੱਚ ਹੁੰਦੀ ਹੈ, ਉਹਨਾਂ ਦਾ ਆਉਣਾ ਸੰਸਾਰ ਵਿੱਚ ਧਨਤਾ ਯੋਗ ਮੰਨਿਆ ਜਾਂਦਾ ਹੈ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਉਹਨਾਂ ਦੀ ਜੀਵਨ ਯਾਤਰਾ ਸਫਲ ਹੋਣ ਕਰਕੇ ਬਾਰ-ਬਾਰ ਉਹਨਾਂ ਦੀ ਜਿਹੜੀ ਵਡਿਆਈ ਹੈ ਉਹ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਰਾਹੀਂ ਗਾਇਨ ਕੀਤੀ ਹੈ। ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਸਾਡਾ ਜੀਵਨ ਤਬਦੀਲ ਹੁੰਦਾ ਹੈ, ਅਨੇਕਾਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਵੀ ਜੇ ਮੰਨ ਲਈਏ ਮਨੁੱਖਾ ਜੀਵਨ ਇੱਕ ਧਾਤ ਦੀ ਤਰ੍ਹਾਂ ਹੈ, ਜਿਹਨੂੰ ਆਪਾਂ ਵੱਖਰੇ ਵੱਖਰੇ ਰੂਪਾਂ ਵਿੱਚ ਜਦੋਂ ਵੇਖਾਂਗੇ ਤੇ 8 ਧਾਤਾਂ ਦਾ ਜ਼ਿਕਰ ਸੰਸਾਰ ਵਿੱਚ ਆਉਂਦਾ ਹੈ। 8 ਧਾਤਾਂ ਵਿੱਚੋਂ ਕੋਈ ਵੀ ਧਾਤ ਜਦੋਂ ਪਾਰਸ ਦੇ ਨੇੜੇ ਆ ਜਾਵੇ ਤੇ ਉਹ ਸੋਨਾ ਬਣ ਜਾਂਦੀ ਹੈ। ਅਸ਼ਟ ਧਾਤ ਇੱਕ ਧਾਤ ਹੋਏ, ਮਿਲ ਪਾਰਸ ਢੋਵੈ। ਪਰ ਭਾਈ ਗੁਰਦਾਸ ਜੀ ਨੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਸੰਗਤ ਹੈ ਉਹਦਾ ਜ਼ਿਕਰ ਕਰਕੇ ਸਭ ਤੋਂ ਉੱਤਮ ਸੰਗਤ ਗੁਰੂ ਦੀ ਸੰਗਤ ਨੂੰ ਦੱਸਿਆ, ਕਿਉਂਕਿ ਹਰ ਇਕੱਠ ਸੰਗਤ ਨਹੀਂ ਹੋ ਸਕਦੀ। ਕੁਝ ਲੋਕਾਂ ਦੇ ਸਮੂਹ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਗੁਰੂ ਕੀ ਸੰਗਤ ਹੈ। ਗੁਰੂ ਕੀ ਸੰਗਤ ਉਹ ਹੈ ਜਿੱਥੇ ਆ ਕੇ ਪਰਮੇਸ਼ਰ ਦੇ ਨਾਲ ਜੋੜਿਆ ਜਾਂਦਾ ਹੈ। ਮਨੁੱਖਾ ਜੀਵਨ ਜਿਹੜਾ ਉਹ ਪਦਾਰਥਵਾਦੀ ਸੋਚ ਤੋਂ ਤਬਦੀਲ ਹੋ ਕੇ ਰੂਹਾਨੀ ਸਫ਼ਰ ਵੱਲ ਤੁਰਦੀ ਹੈ। ਧੁਰ ਕੀ ਬਾਣੀ ਦੇ ਵੀ ਬਚਨ ਨੇ, ਸਤਿਗੁਰ ਮਿਲਿਆ ਉਲਟੀ ਭਈ ਭਾਈ। ਉਲਟੀ ਦਾ ਮਤਲਬ ਹੈ ਜੀਵਨ ਪਦਾਰਥਾਂ ਵਾਲੇ ਪਾਸੇ ਤੋਂ ਉਲਟ ਕੇ ਰੂਹਾਨੀਅਤ ਵਾਲੇ ਪਾਸੇ ਤੁਰ ਪੈਂਦਾ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਉਹ ਸਤਿਗੁਰੂ ਹੈ ਤੇ ਅਸਲ ਵਿੱਚ ਉਹੀ ਗੁਰੂ ਕਾ ਸਿੱਖ ਹੈ, ਜਿਹਦੇ ਤੇ ਸਤਿਗੁਰੂ ਦੀ ਕਿਰਪਾ ਹੋ ਜਾਵੇ। ਜਦੋਂ ਉਹ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ ਤੇ ਸਤਿਗੁਰੂ ਕਿਰਪਾ ਕਰਕੇ ਉਸ ਸਿੱਖ ਦੀ ਜਿਹੜੀ ਲਿਵ ਹੈ ਉਹ ਪਰਮਾਤਮਾ ਨਾਲ ਜੋੜ ਦਿੰਦਾ ਹੈ। ਮਨੁੱਖ ਦੀ ਆਤਮਾ ਪਰਮਾਤਮਾ ਨਾਲ ਜੁੜ ਜਾਂਦੀ ਹੈ। ਮਨੁੱਖ ਦੀ ਲਿਵ, ਮਨੁੱਖ ਦਾ ਧਿਆਨ ਪਰਮੇਸ਼ਰ ਵਿੱਚ ਜੁੜ ਜਾਂਦਾ ਹੈ। ਇਹ ਜੀਵਨ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੈ, ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਮਨੁੱਖ ਦਾ ਜਿਹੜਾ ਮਨ ਹੈ ਉਹ ਵੱਖ-ਵੱਖ ਜਿਹੜੇ ਪੜਾਅ ਨੇ ਉਹਨਾਂ ਨੂੰ ਤੈਅ ਕਰਦਾ ਹੋਇਆ ਇੱਕ ਨਾ ਇੱਕ ਦਿਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਦਾ ਧਾਰਨੀ ਹੋ ਜਾਂਦਾ ਹੈ। ਤੇ ਉਸ ਅਵਸਥਾ ਵਿੱਚ ਜਾ ਕੇ ਸਿੱਖ ਗੁਰੂ ਤੇ ਪਰਮੇਸ਼ਰ ਇੱਕ ਮਿਕ ਹੋ ਜਾਂਦੇ ਨੇ। ਔਰ ਦਸ਼ਮੇਸ਼ ਪਿਤਾ ਜੀ ਨੇ ਜਦੋਂ ਖਾਲਸੇ ਦੀ ਪਰਿਭਾਸ਼ਾ ਦਿੱਤੀ, ਬਾਬਾ ਦੀਪ ਸਿੰਘ ਵਰਗੇ ਸਿੱਖਾਂ ਦਾ ਜ਼ਿਕਰ ਕੀਤਾ ਤੇ ਬਕਾਇਦਾ ਉੱਥੇ ਇਹ ਬਚਨ ਦ੍ਰਿੜ ਕਰਵਾਏ ਨੇ, ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਾਹੀ ਭੇਵ। ਜਾਂ ਮੈਂ ਰੰਚਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰ ਨਾਨਕ ਸਾਖੀ। ਜ਼ਿੰਦਗੀ ਵਿੱਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਅਤੇ ਪਰਮੇਸ਼ਰ ਨੂੰ ਸਾਖੀ ਮੰਨ ਕੇ ਇਹ ਸਿਧਾਂਤ ਦ੍ਰਿੜ ਕਰਵਾਇਆ ਕਿ ਜਦੋਂ ਸਿੱਖ ਗੁਰੂ ਨਾਲ ਇੱਕ ਮਿਕ ਹੋ ਜਾਂਦਾ ਹੈ ਤੇ ਉਸ ਅਵਸਥਾ ਵਿੱਚ ਜਾ ਕੇ ਸਿੱਖ ਵਿੱਚ, ਸਤਿਗੁਰੂ ਵਿੱਚ ਤੇ ਪਰਮੇਸ਼ਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦ ਜਿਹੜਾ ਉਹ ਨਹੀਂ ਰਹਿ ਜਾਂਦਾ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਜਿਵੇਂ ਸੰਸਾਰ ਦੇ ਅੰਦਰ ਉਹਨਾਂ ਨੇ ਉਦਾਹਰਨ ਦਿੱਤੀ ਹੈ ਕੈਂਹੇ ਦੀ। ਕਹਿਣ ਲੱਗੇ ਕੈਂਹਾ ਜਿਹੜਾ
ਉਹਨੂੰ ਜਦੋਂ ਵੱਖਰੀ ਵੱਖਰੀ ਸੰਗਤ ਮਿਲਦੀ ਹੈ ਤੇ ਉਹਦੇ ਵੱਖਰੇ ਵੱਖਰੇ ਰੂਪ ਜਿਹੜੇ ਨੇ ਸਾਹਮਣੇ ਆਉਂਦੇ ਨੇ। ਗੁਰਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਕੈਹਾ ਸ਼ਬਦ ਵਰਤਿਆ। ਜਦੋਂ ਸੱਜਣ ਠੱਗ ਦੀ ਹਵੇਲੀ ਵਿੱਚ ਪਾਕਿਸਤਾਨ ਦੀ ਧਰਤੀ ਤੇ ਜਿਹੜਾ ਤੁਲੰਬਾ ਹੈ ਨਾ, ਉੱਥੇ ਸਤਿਗੁਰੂ ਜੀ ਨੇ ਇਹ ਬਚਨ ਕਹੇ ਸਨ, ਉਜਲ ਕੈਹਾ ਚਿਲਕਣਾ ਘੋਟਮ ਕਾਲੜੀ ਮਸ। ਵੀ ਕੈਹਾ ਜਿਹੜਾ ਉਹ ਬਾਹਰੋਂ ਬੜਾ ਲਿਸ਼ਕਦਾ, ਪਰ ਜਦੋਂ ਉਹਨੂੰ ਰਗੜੀਏ ਤੇ ਉਹਦੇ ਵਿੱਚੋਂ ਕਾਲਖ ਨਿਕਲਦੀ ਹੈ। ਭਾਈ ਗੁਰਦਾਸ ਜੀ ਨੇ ਕੈਹੇ ਦੀ ਉਦਾਹਰਨ ਦੇ ਕੇ ਕਹਿਣ ਲੱਗੇ, ਵੇਖੋ ਜਿਹੜਾ ਤਾਂਬਾ ਹੈ ਉਹ ਜਦੋਂ ਅਸੀਂ ਉਹਨੂੰ ਵੱਖਰੀ ਵੱਖਰੀ ਸੰਗਤ ਕਰਦਿਆਂ ਵੇਖਾਂਗੇ ਤੇ ਉਹ ਤਾਂਬਾ ਕਦੇ ਕੈਹਾ ਬਣਦਾ, ਉਹੀ ਤਾਂਬਾ ਕਦੇ ਭੰਗਾਰ ਧਾਤ ਦਾ ਰੂਪ ਧਾਰਨ ਕਰਦਾ, ਉਹੀ ਤਾਂਬਾ ਕਦੇ ਸੰਸਾਰ ਦੇ ਅੰਦਰ ਅਸੀਂ ਪਿੱਤਲ ਦਾ ਰੂਪ ਧਾਰਨ ਕਰਦਿਆਂ ਵੇਖਦੇ ਹਾਂ। ਪਰ ਜੇ ਉਸੇ ਤਾਂਬੇ ਨੂੰ ਕਿਤੇ ਪਾਰਸ ਦੀ ਸੰਗਤ ਮਿਲ ਜੇ ਤੇ ਉਹਨੂੰ ਸੋਨਾ ਬਣਦਿਆਂ ਕੋਈ ਬਹੁਤਾ ਚਿਰ ਨਹੀਂ ਲੱਗਦਾ। ਮਨੁੱਖਾ ਜੀਵਨ ਮੰਨ ਲਵੋ ਵੀ ਤਾਂਬਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ, ਸੋਈ ਤਾਂਬਾ ਰੰਗ ਸੰਗ ਜਿਉਂ ਕਹਿਹਾਂ ਹੋਈ। ਵੀ ਹੈ ਤਾਂ ਉਹ ਤਾਂਬਾ, ਪਰ ਜਦੋਂ ਉਹਨੂੰ ਸੰਗਤ ਮਿਲ ਗਈ ਕਲਈ ਦੀ, ਜਿਹਨੂੰ ਲਤੀਨੀ ਨਾਮ ਅਸੀਂ ਟਿੰਨ ਕਹਿੰਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਏ ਨੇ, ਆਪਾਂ ਜਕਾਰਾ ਗਜਾਈਏ, ਬੋਲੇ ਸੋ ਨਿਹਾਲ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਭਾਈ ਗੁਰਦਾਸ ਜੀ ਨੇ ਦ੍ਰਿੜ ਕਰਾਇਆ ਹੈ ਕਿ ਜਿਵੇਂ ਦੁਨਿਆਵੀ ਤੌਰ ਤੇ ਵੀ ਅਸੀਂ ਕਹਿੰਦੇ ਹਾਂ, ਜੈਸੀ ਸੰਗਤ ਤੈਸੀ ਰੰਗਤ। ਉਹਨਾਂ ਨੇ ਸ਼ਬਦ ਵਰਤਿਆ, ਕਹਿਣ ਲੱਗੇ ਤਾਂਬਾ ਉਹੀ ਹੈ, ਪਰ ਉਸੇ ਤਾਂਬੇ ਨੂੰ ਜਦੋਂ ਕਲਈ ਦੀ ਟਿੰਨ ਦੀ ਸੰਗਤ ਮਿਲ ਜਾਵੇ, ਸੋਈ ਤਾਂਬਾ ਰੰਗ ਸੰਗ ਜਿਉਂ ਕਹਿਹਾਂ ਹੋਈ। ਵੀ ਹੈ ਉਹ ਤਾਂਬਾ ਜਿਹਨੂੰ ਕੌਪਰ ਕਹਿੰਦੇ ਆ, ਪਰ ਜਦੋਂ ਉਹਨੂੰ ਕਲਈ, ਜਿਹਦਾ ਲਤੀਨੀ ਨਾਮ ਟਿੰਨ ਹੈ, ਤਾਂਬੇ ਨੂੰ ਜਦੋਂ ਕਲਈ ਦੀ ਟਿੰਨ ਦੀ ਸੰਗਤ ਮਿਲੀ ਤੇ ਉਹ ਤਾਂਬਾ ਵੇਖੋ ਆਪਣਾ ਰੂਪ ਛੱਡ ਕੇ ਤੇ ਉਹ ਕੈਹੇ ਦਾ ਰੂਪ ਧਾਰਨ ਕਰ ਜਾਂਦਾ, ਕਿਉਂਕਿ ਉਹਨੂੰ ਸੰਗਤ ਉਹੋ ਜੀ ਮਿਲੀ ਹੈ। ਸੋਈ ਤਾਂਬਾ ਰੰਗ ਸੰਗ ਜਿਉਂ ਕਹਿਹਾਂ ਹੋਈ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ। ਉਸੇ ਤਾਂਬੇ ਨੂੰ ਜਦੋਂ ਜਿਸਤ ਦੀ ਸੰਗਤ ਮਿਲ ਜਾਵੇ ਤੇ ਉਹ ਪਿੱਤਲ ਦਾ ਰੂਪ ਧਾਰਨ ਕਰ ਜਾਂਦਾ। ਸੋਈ ਸ਼ੀਸ਼ੇ ਸੰਗਤੀ ਭੰਗਾਰ ਭਲੋਈ। ਉਸੇ ਤਾਂਬੇ ਨੂੰ ਜਦੋਂ ਸ਼ੀਸ਼ੇ ਦੀ ਸੰਗਤ ਮਿਲ ਜਾਵੇ ਤੇ ਸ਼ੀਸ਼ੇ ਨਾਲ ਮਿਲ ਕੇ ਉਹ ਤਾਂਬਾ ਭੰਗਾਰ ਧਾਤ ਦਾ ਰੂਪ ਧਾਰਨ ਕਰ ਜਾਂਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਜ਼ਿਕਰ ਹੈ ਕਿ ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ ਵਾਲਾ ਜਿਹੜਾ ਸਿਧਾਂਤ ਹੈ ਨਾ, ਭੀਤਰ ਭਰੀ ਭੰਗਾਰ। ਭਗਤ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਕਿ ਮਨੁੱਖ ਦੀ ਹਾਲਤ ਕਈ ਵਾਰ ਭੰਗਾਰ ਧਾਤ ਵਰਗੀ ਬਣ ਜਾਂਦੀ ਹੈ, ਪਰ ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ, ਤਾਂਬਾ ਪਾਰਸ ਪਰਸਿਆਂ ਹੋਏ ਕੰਚਨ ਸੋਈ। ਉਹੀ ਤਾਂਬਾ ਜਦੋਂ ਪਾਰਸ ਦੀ ਸੰਗਤ ਕਰਦਾ ਤੇ ਉਹ ਸੋਨਾ ਬਣ ਜਾਂਦਾ। ਹੁਣ ਆਮ ਕਰਕੇ ਦੁਨਿਆਵੀ ਪਾਰਸ ਜਿਹੜਾ ਹੈ ਨਾ, ਉਹ 8 ਧਾਤਾਂ ਵਿੱਚੋਂ ਕੋਈ ਧਾਤ ਉਹਦੇ ਨੇੜੇ ਆਵੇ ਤੇ ਉਹਨੂੰ ਸੋਨਾ ਬਣਾਉਂਦੀ ਹੈ, ਪਰ ਕਦੇ ਕਿਸੇ ਦੁਨਿਆਵੀ ਪਾਰਸ ਨੇ ਅੱਜ ਤੱਕ ਕਿਸੇ ਧਾਤ ਨੂੰ ਆਪਣੇ ਵਰਗਾ ਪਾਰਸ ਨਹੀਂ ਬਣਾਇਆ। ਹੁਣ ਧੁਰ ਕੀ ਬਾਣੀ ਵਿੱਚ ਜਿੱਥੇ ਪਰਮੇਸ਼ਰ ਨੂੰ, ਸਤਿਗੁਰੂ ਨੂੰ ਪਾਰਸ ਕਿਹਾ, ਸਤਿਗੁਰੂ ਪਰਮੇਸ਼ਰ ਐਸੇ ਪਾਰਸ ਨੇ ਕਿ ਲੋਹੇ ਰੂਪੀ ਇਸ ਜੀਵਨ ਨੂੰ ਸੋਨਾ ਤਾਂ ਬਣਾਉਂਦੇ ਹੀ ਨੇ, ਪਰ ਜੇ ਪੂਰੀ ਕਿਰਪਾ ਹੋ ਜਾਵੇ ਤੇ ਇੱਕ ਦਿਨ ਸਤਿਗੁਰੂ ਤੇ ਪਰਮੇਸ਼ਰ ਰੂਪੀ ਪਾਰਸ ਲੋਹੇ ਰੂਪੀ ਜਗਿਆਸੂ ਨੂੰ ਆਪਣੇ ਵਰਗਾ ਪਾਰਸ ਹੀ ਬਣਾ ਲੈਂਦੇ ਨੇ। ਜਿੱਥੇ ਇਹ ਬਚਨ ਕਹੇ ਨੇ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਉੱਥੇ ਇਹ ਵੀ ਬਚਨ ਅਸੀਂ ਪੜ੍ਹਦੇ ਹਾਂ, ਪਾਰਸ ਪਰਸਿਆਂ ਪਾਰਸ ਹੋਏ ਜਾਂ ਤੇਰਾ ਮਨ ਭਾਣੇ। ਲੈਣੇ ਸੇ ਅੰਗਦ ਕੀਆ, ਅੰਗਦ ਸੇ ਅੱਲਾ ਕਰ ਦਿਆ।
ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਆਏ, ਉਹਨਾਂ ਨੂੰ ਆਪਣਾ ਸਿੱਖ ਬਣਾਇਆ, ਗੁਰੂ ਪਦਵੀ ਤੱਕ ਪਹੁੰਚਾਇਆ। ਤੇ ਇੱਕ ਦਿਨ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਪਰਮੇਸ਼ਰ ਦਾ ਰੂਪ ਬਣ ਗਏ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਧਿਆਨ ਨਾਲ ਪੜ੍ਹਾਂਗੇ, ਧਿਆਨ ਨਾਲ ਵਿਚਾਰਾਂਗੇ, ਜਦੋਂ ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਤੇ ਖਾਲਸੇ ਨੂੰ ਜਿੱਥੇ ਆਪਣਾ ਰੂਪ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਉੱਥੇ ਇਹ ਵੀ ਸਪਸ਼ਟ ਕੀਤਾ ਸੀ ਜਦੋਂ ਸਿੱਖਾਂ ਨੇ ਪੁੱਛਿਆ, ਸਤਿਗੁਰੂ ਜੀ ਤੁਹਾਡਾ ਸਾਜਿਆ ਹੋਇਆ ਖਾਲਸਾ, ਚਾਹੇ ਉਹ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਹੈ, ਚਾਹੇ ਉਹ ਉਹਨਾਂ ਬ੍ਰਹਮ ਗਿਆਨੀ ਗੁਰਸਿੱਖਾਂ ਦੇ ਰੂਪ ਵਿੱਚ ਹੈ, ਜਿਨ੍ਹਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਿੱਖ ਨੇ, ਭਾਈ ਮਨੀ ਸਿੰਘ ਵਰਗੇ ਸਿੱਖ ਨੇ, ਬਾਬਾ ਦੀਪ ਸਿੰਘ ਵਰਗੇ ਸਿੱਖ ਨੇ, ਵੀ ਇਹਨਾਂ ਸਿੱਖਾਂ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਪਿਆਰ ਹੈ, ਕਿਸ ਤਰ੍ਹਾਂ ਦਾ ਰਿਸ਼ਤਾ ਹੈ। ਤੇ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਸੀ, ਆਪਣੇ ਸਾਜੇ ਹੋਏ ਖਾਲਸੇ ਬਾਰੇ ਉਹਨਾਂ ਸਪਸ਼ਟ ਕੀਤਾ ਸੀ ਕਿ ਮੇਰਾ ਮੇਰੇ ਸਿੱਖਾਂ ਨਾਲ, ਮੇਰੇ ਖਾਲਸਾ ਨਾਲ ਇੰਨਾ ਪਿਆਰ ਹੈ, ਇਸ ਤਰ੍ਹਾਂ ਦਾ ਰਿਸ਼ਤਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਅੰਗਦ ਦੇਵ ਜੀ ਨਾਲ ਪਿਆਰ ਸੀ, ਤੇ ਜਿਵੇਂ ਉਹ ਰੂਹਾਨੀ ਰਿਸ਼ਤਾ ਸੀ, ਇਵੇਂ ਮੇਰਾ ਖਾਲਸੇ ਨਾਲ, ਗੁਰਸਿੱਖ ਨਾਲ ਰਿਸ਼ਤਾ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਸਾਡੇ ਇਤਿਹਾਸ ਵਿੱਚ ਅੰਕਿਤ ਨੇ। ਸਾਹਿਬ ਨੇ ਕਿਹਾ ਸੀ, ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਰੋ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ। ਭਾਵ ਕਿ ਪਾਰਸ ਦੀ ਸੰਗਤ ਕਰਕੇ ਲੋਹਾ ਕੇਵਲ ਸੋਨਾ ਬਣਦਾ ਹੈ, ਪਰ ਜਦੋਂ ਗੁਰੂ ਪਾਰਸ ਦੀ, ਪਰਮੇਸ਼ਰ ਪਾਰਸ ਦੀ ਸੰਗਤ ਹੋ ਜਾਵੇ ਤੇ ਇਹ ਐਸੇ ਪਾਰਸ ਨੇ ਕਿ ਇਹ ਮਨੁੱਖ ਰੂਪੀ ਲੋਹੇ ਨੂੰ, ਜਗਿਆਸੂ ਰੂਪੀ ਧਾਤ ਨੂੰ ਕੇਵਲ ਸੋਨਾ ਹੀ ਨਹੀਂ ਬਣਾਉਂਦੇ, ਬਲਕਿ ਆਪਣੇ ਵਰਗਾ ਪਾਰਸ ਵੀ ਬਣਾ ਲੈਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਖਾਲਸਾ ਸਾਜਿਆ, ਖਾਲਸੇ ਨੂੰ ਆਪਣਾ ਰੂਪ ਕਿਹਾ, ਖਾਲਸੇ ਨੂੰ ਅੰਮ੍ਰਿਤ ਛਕਾਇਆ, ਤੇ ਨਾਲ ਇਹ ਬਚਨ ਕਹਿ ਦਿੱਤੇ ਕਿ ਅੱਜ ਤੋਂ ਬਾਅਦ ਹੁਣ ਤੁਹਾਨੂੰ ਅਧਿਕਾਰ ਹੈ ਕਿ ਜਿਵੇਂ ਤੁਸੀਂ ਅੰਮ੍ਰਿਤ ਛਕ ਕੇ ਸਿੱਖ ਬਣੇ ਹੋ, ਤੇ ਅੱਜ ਤੋਂ ਬਾਅਦ ਜਦੋਂ ਵੀ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਣੀ ਪੜ੍ਹ ਕੇ, ਖੰਡਾ ਫੇਰ ਕੇ ਅੰਮ੍ਰਿਤ ਤਿਆਰ ਕਰੋਗੇ, ਤੇ ਤੁਹਾਡੇ ਹੱਥੋਂ ਜਿਹੜੇ ਜਿਹੜੇ ਅੰਮ੍ਰਿਤ ਛਕਣਗੇ, ਤੁਹਾਨੂੰ ਅਥਾਰਟੀ ਹੈ, ਅਧਿਕਾਰ ਹੈ ਕਿ ਤੁਸੀਂ ਆਪਣੇ ਵਰਗੇ ਸਿੱਖ ਅੱਗੇ ਹੋਰ ਬਣਾ ਸਕਦੇ ਹੋ। ਗੁਰੂ ਪਾਰਸ ਹੈ, ਤੇ ਗੁਰੂ ਪਾਰਸ ਨੇ ਪੰਜਾਂ ਪਿਆਰਿਆਂ ਨੂੰ ਆਪਣੇ ਵਰਗਾ ਪਾਰਸ ਬਣਾ ਲਿਆ, ਆਪ ਸਿੱਖ ਸਾਜੇ, ਤੇ ਅੱਗੇ ਸਿੱਖਾਂ ਨੂੰ ਅਧਿਕਾਰ ਦੇ ਦਿੱਤਾ ਕਿ ਜਦੋਂ ਵੀ ਤੁਸੀਂ ਪੰਜਾਂ ਦੇ ਰੂਪ ਵਿੱਚ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਛਕਾਓਗੇ, ਤੇ ਤੁਹਾਡੀ ਪਾਰਸ ਕਲਾ ਦੇ ਨਾਲ ਤੁਹਾਡੇ ਵਰਗੇ ਹੋਰ ਸਿੱਖ ਜਿਹੜੇ ਨੇ ਉਹ ਸੱਜਣਗੇ। ਭਾਵ ਗੁਰੂ ਤੇ ਪਰਮੇਸ਼ਰ ਦੀ ਇੰਨੀ ਕਿਰਪਾ ਹੈ। ਜਦੋਂ ਅਸੀਂ ਬਾਬਾ ਦੀਪ ਸਿੰਘ ਜੀ ਦਾ ਜੀਵਨ ਵੇਖਦੇ ਹਾਂ, ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਰਸ ਕਲਾ ਰੂਪੀ ਜਿਹੜੀ ਸੰਗਤ ਹੈ ਉਹਨੂੰ ਮਾਣਿਆ। ਤੇ ਸਭ ਤੋਂ ਪਹਿਲਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਖੰਡੇ ਦੀ ਪੌਲ ਉਹਨਾਂ ਨੇ ਪੰਜਾਂ ਪਿਆਰਿਆਂ ਦੇ ਪਾਸੋਂ ਸਤਿਗੁਰਾਂ ਦੇ ਹਜ਼ੂਰ ਛਕ ਕੇ ਆਪਣੇ ਆਪ ਨੂੰ ਸਿੰਘ ਸਜਾਇਆ, ਤੇ ਗੁਰੂ ਕਿਰਪਾ ਦੇ ਉਹ ਪਾਤਰ ਬਣੇ। ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਹਮੇਸ਼ਾ ਆਵਾਜ਼ਾਂ ਮਾਰਦੇ ਨੇ, ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਦੋ ਲਫ਼ਜ਼ ਨੇ, ਇੱਕ ਦੁਹੇਲਾ ਤੇ ਇੱਕ ਸੁਹੇਲਾ। ਦੁਹੇਲੇ ਦਾ ਮਤਲਬ ਹੈ ਦੁਖੀ, ਵਿਛੜਨਾ, ਖੁਆਰ ਹੋਣਾ, ਤੇ ਸੁਹੇਲੇ ਦਾ ਭਾਵ ਹੈ ਸੁਖੀ। ਤੇ ਜਦੋਂ ਜੀਵਨ ਸਫਲ ਹੋਵੇ, ਜਦੋਂ ਜੀਵਨ ਜੁੜ ਜਾਵੇ, ਸਤਿਗੁਰਾਂ ਨੇ ਇਹ ਦੋਵੇਂ ਲਫ਼ਜ਼ ਜਿਹੜੇ ਨੇ, ਜਦੋਂ ਖਾਲਸੇ ਦੀ ਸਾਜਨਾ ਕੀਤੀ ਤੇ ਉੱਥੇ ਅੰਕਿਤ ਹੈ ਇਹ ਲਫ਼ਜ਼ ਕਿ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ। ਜਿਹੜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸੰਗਤ ਸੀ, ਉਸ ਸੰਗਤ ਨੂੰ ਸਤਿਗੁਰਾਂ ਨੇ ਖਾਲਸਾ ਬਣਾ ਦਿੱਤਾ। ਤੇ ਜਿਹੜੇ ਫਿਰ ਖਾਲਸਾ ਪੰਥ ਵਿੱਚ ਸ਼ਾਮਲ ਨਾ ਹੋਵੇ, ਉਹਨਾਂ ਮਨਮੁਖਾਂ ਨੂੰ ਦੁਹੇਲੇ ਭਾਵ ਦੁਖੀ ਹੋਣਾ ਪਿਆ। ਤੇ ਸਾਹਿਬ ਨੇ ਨਿਰਣਾ ਦਿੱਤਾ ਸੀ, ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਆ ਜਿਹੜੀ ਖੰਡੇ ਧਾਰ ਪਹੁਲ ਹੈ ਭਾਈ, ਇਹ ਛਕੋਗੇ ਤੇ ਜੀਵਨ ਸੁਹੇਲਾ ਭਾਵ ਸੁਖੀ ਬਣ ਜਾਵੇਗਾ।
ਬਾਬਾ ਦੀਪ ਸਿੰਘ ਜੀ ਨੇ ਸਭ ਤੋਂ ਪਹਿਲਾਂ ਜਾ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਛਕਿਆ ਤੇ ਅੰਮ੍ਰਿਤ ਛਕ ਕੇ ਉਹ ਸਿੰਘ ਸਜੇ ਪਿਤਾ ਪੁਰਖੀ ਕਿਰਤ ਦੇ ਮੁਤਾਬਕ। ਜਿੱਥੇ ਪਿੰਡ ਆ ਕੇ ਕਈ ਵਾਰ ਜ਼ਿਮੀਂਦਾਰਾ ਖੇਤੀ ਕਰਦੇ, ਉੱਥੇ ਜਦੋਂ ਵੀ ਸਮਾਂ ਮਿਲਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਆਨੰਦਪੁਰ ਸਾਹਿਬ ਪਹੁੰਚ ਕੇ ਆਪਣੇ ਹੱਥੀਂ ਬਰਤਨਾਂ ਦੀ ਸੇਵਾ ਕਰਦੇ। ਸਤਿਗੁਰੂ ਜੀ ਤੋਂ ਗੁਰੂ ਕੀ ਬਾਣੀ ਦੇ ਜਿਹੜੇ ਗੁੱਝੇ ਭੇਦ ਸਨ ਉਹਨਾਂ ਦੇ ਅਰਥ ਪੁੱਛਦੇ। ਤੇ ਜਦੋਂ ਕਿਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰੱਬੀ ਵਜਦ ਵਿੱਚ ਜੁੜ ਕੇ ਜਦੋਂ ਜੰਗਾਂ ਯੁੱਧਾਂ ਬਾਰੇ ਜਾਂ ਜਿਹੜੇ ਸੂਰਬੀਰ ਗੁਰਸਿੱਖ ਜਿਨ੍ਹਾਂ ਦੇ ਚਿੱਤ ਵਿੱਚ ਯੁੱਧ ਦੀ ਵਿਚਾਰਧਾਰਾ ਸੀ ਤੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾਉਂਦੇ ਸਨ, ਜਿਨ੍ਹਾਂ ਦੇ ਅੰਦਰ ਸੰਤ ਸਿਪਾਹੀ ਵਾਲੇ ਗੁਣ ਸਨ, ਉਹਨਾਂ ਦੀ ਮਹਿਮਾ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਦ੍ਰਿੜ ਕਰਵਾਈ। ਤੇ ਖਾਸ ਕਰਕੇ ਜਦੋਂ ਇਹ ਬਚਨ ਕਹੇ, ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੇ। ਜੀਓ ਦਾ ਅਰਥ ਹੈ ਜੀਵਨ, ਵੀ ਜੀਵਨ ਸਾਰਿਆਂ ਕੋਲ ਹੈ, ਪਰ ਧਨਤਾ ਯੋਗ ਜੀਵਨ ਕਿਹਦਾ? ਜਿਹਨੂੰ ਗੁਰੂ ਦੇ ਕੋਲੋਂ ਅਸੀਸਾਂ ਪ੍ਰਾਪਤ ਹੋ ਗਈਆਂ ਨੇ, ਜੀਵਤ 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 ਰਹੋ। ਇੱਕ ਸਰੀਰ ਕਰਕੇ ਜੀਵਤ ਹੈ। ਗੁਰੂ ਕਦੇ ਇਹ ਅਸੀਸ ਨਹੀਂ ਦਿੰਦਾ, ਕਿਉਂਕਿ ਗੁਰੂ ਘਰ ਵਿੱਚ ਸਭ ਤੋਂ ਪਹਿਲਾਂ ਇਹ ਦ੍ਰਿੜ ਕਰਾਇਆ ਗਿਆ ਵੀ ਜੇ ਦਿਨ ਚਾਹੁੰਦੇ ਹੋ ਤੇ ਦਿਨ ਤੋਂ ਬਾਅਦ ਰਾਤ ਪੈਣੀ ਪੈਣੀ ਹੈ। ਦਿਨ ਤੇ ਸਰ ਪਰ ਪੌਸੀ ਰਾਤ। ਜੇ ਬਸੰਤ ਚਾਹੁੰਦੇ ਹੋ, ਬਸੰਤ ਤੋਂ ਬਾਅਦ ਪਤਝੜ ਆਉਣੀ ਆਉਣੀ ਹੈ। ਜੇ ਸਰਦੀ ਚਾਹੁੰਦੇ ਹੋ, ਸਰਦੀ ਤੋਂ ਬਾਅਦ ਗਰਮੀ ਆਉਣੀ ਆਉਣੀ ਹੈ। ਗੁਰੂ ਘਰ ਦ੍ਰਿੜ ਕਰਾਇਆ ਗਿਆ ਵੀ ਜੇ ਜਨਮ ਚਾਹੁੰਦੇ ਹੋ ਤੇ ਜਨਮ ਤੋਂ ਬਾਅਦ ਫਿਰ ਇੱਕ ਨਾ ਇੱਕ ਦਿਨ ਮੌਤ ਜਿਹੜੀ ਹੈ ਉਹ ਲਾਜ਼ਮੀ ਹੈ, ਕਿਉਂਕਿ ਫਿਜ਼ੀਕਲ ਡੈਥ ਜਿਹੜੀ ਹੈ ਇਹ ਡੈਫੀਨੇਟ ਹੈ, ਇਹਨੂੰ ਕਦੇ ਟਾਲਿਆ ਨਹੀਂ ਜਾ ਸਕਦਾ। ਇਸ ਲਈ ਗੁਰੂ ਘਰ ਕਦੇ ਇਹ ਅਸੀਸ ਨਹੀਂ ਦਿੱਤੀ ਜਾਂਦੀ ਵੀ ਤੂੰ ਲੰਮੀਆਂ ਉਮਰਾਂ ਮਾਣੇ। ਗੁਰੂ ਘਰ ਵਿੱਚ ਜਿਹੜੀ ਅਸੀਸ ਹੈ ਉਹ ਇਹ ਹੈ ਵੀ ਤੂੰ ਮਰ ਕੇ ਵੀ ਜਿਉਂਦਾ ਰਵੇਂ, ਤੇ ਮਰ ਕੇ ਉਹ ਜਿਉਂਦਾ ਰਹਿੰਦਾ ਜਿਹਨੇ ਸਭ ਤੋਂ ਪਹਿਲਾਂ ਇਹ ਪ੍ਰਵਾਨ ਕਰ ਲਿਆ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਜਿਹਨੇ ਪਹਿਲਾਂ ਇਹ ਮੰਨ ਲਿਆ ਵੀ ਮੈਨੂੰ ਜਿਹੜਾ ਜਨਮ ਮਿਲਿਆ ਇਸ ਤੋਂ ਬਾਅਦ ਇੱਕ ਨਾ ਇੱਕ ਦਿਨ ਮੌਤ ਹੋਣੀ ਹੈ। ਤੇ ਸਾਹਿਬ ਕਹਿੰਦੇ ਜਦੋਂ ਦੁਨਿਆਵੀ ਮਾਤਾ ਪਿਤਾ ਅਸੀਸਾਂ ਦਿੰਦੇ ਨੇ ਤੇ ਦੁਨਿਆਵੀ ਮਾਤਾ ਪਿਤਾ ਕਹਿੰਦੇ ਤੂੰ ਪੜ੍ਹ ਲਿਖ ਕੇ ਡਾਕਟਰ ਬਣੇ, ਤੂੰ ਇੰਜੀਨੀਅਰ ਬਣੇ, ਤੂੰ ਲੰਮੀਆਂ ਉਮਰਾਂ ਮਾਣੇ, ਪਰ ਗੁਰੂ ਮਾਤਾ ਪਿਤਾ ਜਦੋਂ ਅਸੀਸ ਦੇਣਗੇ ਤੇ ਉਹ ਕਹਿਣਗੇ ਤੂੰ ਮਰ ਕੇ ਵੀ ਨਾ ਮਰੇ। ਵੀ ਮਰਨਾ ਜ਼ਰੂਰ ਹੈ ਪਰ ਮਰ ਕੇ ਵੀ ਤੂੰ ਜੀਵਨ ਜਿਉਂਦਾ ਰਹੇ। ਇਹ ਅਸੀਸ ਗੁਰੂ ਤੋਂ ਮਿਲਦੀ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਉਹ ਜੀਵਨ ਜਿਹੜਾ ਸੀਸ ਕੱਟੇ ਜਾਣ ਤੋਂ ਬਾਅਦ ਵੀ ਕਾਇਮ ਰਵੇ, ਜਿਹੜਾ ਆਰੇ ਨਾਲ ਚੀਰੇ ਜਾਣ ਤੋਂ ਬਾਅਦ ਵੀ ਕਾਇਮ ਰਵੇ, ਜਿਹੜਾ ਖੋਪਰ ਲੱਥ ਜਾਣ ਤੋਂ ਬਾਅਦ ਵੀ ਕਾਇਮ ਰਵੇ, ਜਿਹੜਾ ਸਰਹੰਦ ਦੀ ਦੀਵਾਰ ਵਿੱਚ ਚਿਣੇ ਜਾਣ ਤੋਂ ਬਾਅਦ ਵੀ ਜੀਵਨ ਕਾਇਮ ਰਵੇ, ਜਿਹੜਾ ਟੁਕੜੇ ਟੁਕੜੇ ਹੋ ਕੇ ਬੰਦ ਬੰਦ ਕਟਾ ਕੇ ਵੀ ਜੀਵਨ ਕਾਇਮ ਰਹੇ। ਇਹ ਜੀਵਨ ਗੁਰੂ ਨੇ ਦਿੱਤਾ ਹੈ, ਇਹ ਹੈ ਆਤਮਿਕ ਜੀਵਨ। ਇਸੇ ਲਈ ਜਿਹੜੀ ਗੁਰੂ ਮਾਂ ਦੀ ਅਸੀਸ ਹੈ ਨਾ, ਕਿਉਂਕਿ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਖਾਏ। ਗੁਰੂ ਮਾਂ ਨੇ ਹਰ ਸਿੱਖ ਬੱਚੇ ਨੂੰ ਇਹ ਅਸੀਸ ਦਿੱਤੀ ਹੈ, ਚਾਹੇ ਉਹ ਸਾਡੀਆਂ ਧੀਆਂ ਹੋਣ, ਸਾਡੇ ਪੁੱਤਰ ਹੋਣ। ਲਫ਼ਜ਼ ਉੱਥੇ ਵਰਤਿਆ ਪੂਤਾ ਮਾਤਾ ਕੀ ਅਸੀਸ। ਮਾਤਾ ਦਾ ਅਰਥ ਹੋਵੇਗਾ ਗੁਰੂ ਮਾਂ ਤੇ ਪੂਤਾ ਦਾ ਅਰਥ ਹੋਵੇਗਾ ਇਹ ਸਿੱਖ ਰੂਪੀ ਬੱਚੇ, ਤੈਨੂੰ ਤੇਰੇ ਗੁਰੂ ਮਾਤਾ ਦੀ ਅਸੀਸ ਹੈ। ਉਹ ਅਸੀਸ ਕਿਹੜੀ ਹੈ? ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਬਾਬਾ ਦੀਪ ਸਿੰਘ ਹੋਣਾ ਨੂੰ ਇਹ ਅਸੀਸਾਂ ਗੁਰੂ ਤੋਂ ਮਿਲੀਆਂ ਸਨ ਵੀ ਉਹ ਜੀਵਨ ਮਿਲ ਜਾਵੇਗਾ ਜਿਹੜਾ ਜੀਵਨ ਮਰਨ ਤੋਂ ਬਾਅਦ ਵੀ ਕਾਇਮ ਰਹੇਗਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਉਹ ਮਰ ਕੇ ਵੀ ਜਿਉਂਦੇ ਵੇਖੇ ਗਏ ਜਿਨ੍ਹਾਂ ਨੂੰ ਆਪਾਂ ਅਮਰ ਕਹਿੰਦੇ ਹਾਂ, ਪਰ ਸਰੀਰਕ ਮੌਤ ਅਟਲ ਹੈ। ਭਾਵੇਂ ਸਤਿਗੁਰੂ ਜੀ ਨੇ 10 ਜਾਮੇ ਧਾਰਨ ਕੀਤੇ, ਸਾਨੂੰ ਦੱਸ ਦਿੱਤਾ ਵੀ 70 ਸਾਲ 5 ਮਹੀਨੇ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਸੱਦਾ ਆਉਂਦਾ ਤੇ ਕਾਇਆਂ ਦਾ ਆਦਾਨ ਪ੍ਰਦਾਨ ਹੁੰਦਾ। ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਬੈਠ ਜਾਂਦੇ ਨੇ। ਜੇ 8 ਸਾਲ ਦੀ ਉਮਰ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਸੱਦਾ ਆਉਂਦਾ ਤੇ ਦਿੱਲੀ ਤੋਂ ਹੀ ਇਸ਼ਾਰਾ ਕਰ ਦਿੰਦੇ ਨੇ ਵੀ ਅੱਜ ਤੋਂ ਬਾਅਦ
ਬਾਬਾ ਬੱਸੇ ਜੇ ਗ੍ਰਾਮ ਬਕਾਲੇ। ਭਾਵ ਸਰੀਰਕ ਤੌਰ ਤੇ ਸਦੀਵੀ ਨਹੀਂ, 70 75 ਸਾਲ ਕੋਈ 100 ਸਾਲ ਵੀ ਜੀਵਨ ਜੀਵੇ ਤੇ ਆਖਰ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਤੁਰਨਾ ਪੈਂਦਾ ਹੈ। ਜਦੋਂ ਅਸੀਂ ਬਾਬਾ ਦੀਪ ਸਿੰਘ ਜੀ ਦਾ ਜੀਵਨ ਵੇਖਦੇ ਹਾਂ, 1682 ਤੋਂ ਲੈ ਕੇ ਤੇ 1757 ਤੱਕ ਮੇਰਾ ਖਿਆਲ ਹੈ ਵੀ ਇਹ ਘੱਟੋ ਘੱਟ ਵੀ ਤੇ 75 ਸਾਲ ਬਣਦੇ ਨੇ। ਸਰੀਰਕ ਜੀਵਨ 75 ਸਾਲ ਹੈ, ਪਰ 75 ਸਾਲ ਤੋਂ ਬਾਅਦ ਸ਼ਹਾਦਤ ਹੁੰਦੀ ਹੈ, ਪਰ ਸਦਾ ਲਈ ਉਹ ਅਮਰ ਹੋ ਗਏ, ਭਾਵ ਸਦਾ ਲਈ ਉਹ ਜੀਵਤ ਰਹੇ। ਆ ਜਿਹੜਾ ਜੀਵਨ ਹੈ, ਜਿਹੜਾ ਤਲਵਾਰਾਂ ਦੇ ਹੇਠ, ਜਿਹੜੇ ਚਰਖੜੀਆਂ ਤੇ ਚੜ੍ਹ ਕੇ ਰੰਬੀਆਂ ਨਾਲ ਖੋਪਰ ਲਵਾ ਕੇ ਵੀ, ਫਾਂਸੀਆਂ ਦੇ ਰੱਸੇ ਚੁੰਮ ਕੇ ਵੀ ਕਾਇਮ ਰਵੇ, ਉਹ ਜੀਵਨ ਜਿਹੜਾ ਹੈ ਉਹ ਗੁਰੂ ਮਾਂ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਤੇ ਜਦੋਂ ਸਤਿਗੁਰੂ ਸਾਹਿਬ ਜੀ ਦੀ ਸੰਗਤ, ਗੁਰੂ ਦੀ ਨਦਰੇ ਅਨਾਇਤ ਸਿੱਖ ਤੇ ਹੁੰਦੀ ਹੈ, ਤੇ ਗੁਰੂ ਕੀ ਬਾਣੀ ਦੇ ਬਚਨ ਨੇ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਗੁਰੂ ਪਾਰਸ ਹੈ ਤੇ ਸਾਡਾ ਜੀਵਨ ਲੋਹੇ ਵਰਗਾ। ਜਦੋਂ ਗੁਰੂ ਪਾਰਸ ਦੀ ਸੰਗਤ ਕੀਤੀ ਤੇ ਜੀਵਨ ਸੋਨੇ ਵਰਗਾ ਬਣ ਗਿਆ। ਕੇਵਲ ਲੋਹਾ ਹੀ ਸੋਨਾ ਨਹੀਂ ਬਣਦਾ। ਰੋਜ਼ ਅਸੀਂ ਭੱਟ ਸਾਹਿਬਾਨ ਦੇ ਸਵਈਏ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰਵਣ ਕਰਦੇ ਹਾਂ ਤੇ ਉਹਨਾਂ ਵਿੱਚ ਜ਼ਿਕਰ ਆਉਂਦਾ ਹੈ, ਚਾਹੇ ਉਹ ਸਵਈਏ ਸ਼੍ਰੀ ਮੁਖ ਬਾਕੇ ਮਹੱਲਾ 5ਵਾਂ ਗੁਰੂ ਅਰਜਨ ਦੇਵ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਨੇ, ਤੇ ਚਾਹੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੱਕ ਗੁਰੂ ਉਸਤਤ ਵਿੱਚ ਭੱਟ ਸਾਹਿਬਾਨ ਦੇ ਸਵਈਏ ਉਚਾਰਨ ਕੀਤੇ ਨੇ। ਉਹਨਾਂ ਵਿੱਚ ਜ਼ਿਕਰ ਆਉਂਦਾ ਹੈ ਵੀ ਦੁਨਿਆਵੀ ਪਾਰਸ ਤਾਂ ਕੇਵਲ ਲੋਹੇ ਨੂੰ ਸੋਨਾ ਬਣਾਉਂਦਾ ਹੈ, ਪਰ ਜਿਹਦਾ ਜੀਵਨ ਕੱਚ ਵਰਗਾ ਵੀ ਹੋਵੇ, ਉਹ ਕੱਚ ਵੀ ਸੋਨਾ ਬਣ ਜਾਂਦਾ ਜਦੋਂ ਗੁਰੂ ਦੇ ਸ਼ਬਦ ਕੰਨਾਂ ਨਾਲ ਸੁਣ ਲਏ ਜਾਣ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਏ। ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਆ ਗਏ, ਗੁਰੂ ਦੀ ਸੰਗਤ ਵਿੱਚ ਆ ਗਏ, ਉਹਨਾਂ ਦਾ ਜੀਵਨ ਇਵੇਂ ਤਬਦੀਲ ਹੁੰਦਾ ਹੈ। ਤੇ ਫਿਰ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਨਾ, ਬਾਬਾ ਦੀਪ ਸਿੰਘ ਜੀ ਸੱਚਮੁੱਚ ਗੁਰੂ ਪਾਰਸ ਦੀ ਕਿਰਪਾ ਦੇ ਪਾਤਰ ਬਣੇ ਆਨੰਦਪੁਰ ਸਾਹਿਬ ਜਾ ਕੇ, ਤੇ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆਈ ਕਿ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਕਹਿਣ ਲੱਗੇ ਜੋਤੀ ਜੋਤ ਮਲਾਏ ਕਾਇਆ ਗੜ ਸੋਹਿਆ ਰਾਮ। ਆ ਜਿਹੜਾ ਕਾਇਆ ਰੂਪੀ ਗੜ ਕਿਲਾ ਹੈ ਨਾ, ਇਹ ਉਵੇਂ ਮਿੱਟੀ ਹੈ, ਉਵੇਂ ਇਹ ਹੱਡੀਆਂ ਮਾਸ ਨਾੜੀਆਂ ਦਾ ਮਜਬੂਆ ਹੈ, ਉਵੇਂ ਇਹ ਮਲ ਮੂਤਰ ਦੀ ਦੇਹੀ ਹੈ। ਪਰ ਜਦੋਂ ਪਰਮਾਤਮਾ ਦੀ ਜੋਤ ਰੂਪੀ ਪ੍ਰਕਾਸ਼ ਗੁਰੂ ਦੇ ਰਾਹੀਂ ਇਸ ਕਾਇਆ ਗੜ ਦੇ ਅੰਦਰ ਹੋ ਜਾਂਦਾ ਹੈ, ਤੇ ਸਾਹਿਬ ਕਹਿੰਦੇ ਫਿਰ ਇਹ ਨਾਸਵਾਨ ਸਰੀਰ, ਇਹ ਮਿੱਟੀ ਦਾ ਸਰੀਰ, ਇਹ ਫਿਰ ਸੱਚਮੁੱਚ ਪਰਮਾਤਮਾ ਦੀ ਉਸ ਜੋਤ ਰੂਪੀ ਪ੍ਰਕਾਸ਼ ਦੇ ਨਾਲ ਚਮਕਣ ਲੱਗ ਪੈਂਦਾ ਹੈ। ਇਹਦੇ ਅੰਦਰ ਇੰਨੀ ਸ਼ੋਭਨੀਕ ਅਵਸਥਾ ਬਣ ਜਾਂਦੀ ਹੈ ਕਿ ਇਹ ਕਾਇਆ ਗੜ ਸੁੰਦਰ ਮਹੱਲ ਬਣ ਜਾਂਦਾ ਹੈ, ਜਿਹਨੂੰ ਕੇਵਲ ਮਲ ਮੂਤਰ ਦੀ ਦੇਹੀ ਜਾਂ ਹੱਡੀਆਂ ਮਾਸ ਨਾੜੀਆਂ ਦਾ ਪਿੰਜਰ ਕਿਹਾ ਗਿਆ। ਕਹੈ ਨਾਨਕ ਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਉਵੇਂ ਸਰੀਰ ਨਾਸਵਾਨ ਹੈ, ਸਰੀਰ ਮਿੱਟੀ ਹੈ, ਪਰ ਇਹ ਸਰੀਰ ਵੀ ਉਦੋਂ ਪ੍ਰਵਾਨ ਹੋ ਜਾਂਦਾ ਜਿਨ੍ਹਾਂ ਨੇ ਇਸ ਸਰੀਰ ਵਿੱਚ ਲੈ ਕੇ ਆਪਣੇ ਸਤਿਗੁਰੂ ਨਾਲ ਆਪਣਾ ਚਿੱਤ ਜੋੜ ਲਿਆ, ਆਪਣੀ ਸੁਰਤ ਜੋੜ ਲਈ। ਸਾਹਿਬ ਕਹਿੰਦੇ ਕਾਇਆ ਗੜ ਸੋਹਿਆ। ਇਹ ਕਾਇਆ ਰੂਪੀ ਗੜ, ਜਿਵੇਂ ਆਪਾਂ ਕਿਸੇ ਮਕਾਨ ਦੇ ਅੰਦਰ ਬਾਹਰ ਲਾਈਟਿੰਗ ਕਰਦੇ ਹਾਂ ਤੇ ਉਹ ਚਮਕਦਾ ਹੈ ਨਾ, ਜਦੋਂ ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਦੀ ਜੋਤ ਪਰਮਾਤਮਾ ਦੀ ਜੋਤ ਨਾਲ ਮਿਲ ਜਾਂਦੀ ਹੈ। ਸਿੱਖ ਦੀ ਪਰਿਭਾਸ਼ਾ ਹੀ ਇਹ ਹੈ ਕਿ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ। ਜਿਹਦੀ ਆਤਮਾ ਪਰਮਾਤਮਾ ਨਾਲ ਜੁੜ ਗਈ, ਜਿਹਦੀ ਲਿਵ ਪਰਮਾਤਮਾ ਨਾਲ ਜੁੜ ਗਈ, ਜਿਹਦੀ ਸੁਰਤ ਰੂਪੀ ਜੋਤ ਪਰਮਾਤਮਾ ਦੀ ਜੋਤ ਨਾਲ ਜੁੜ ਗਈ, ਸਾਹਿਬ ਕਹਿੰਦੇ ਸਿੱਖ ਦੀ ਪਰਿਭਾਸ਼ਾ ਹੈ।
ਜਿਹੜੇ ਅਸੀਂ ਸ਼ਬਦ ਪੜ੍ਹਦੇ ਹਾਂ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਇਹ ਮਰਨ ਤੋਂ ਬਾਅਦ ਨਹੀਂ, ਇਹ ਜਿਉਂਦਿਆਂ ਜੀ ਹੈ। ਗੁਰੂ ਨਾਲ, ਪਰਮੇਸ਼ਰ ਦੇ ਨਾਲ ਇੱਕ ਮਿਕਤਾ ਹਾਸਲ ਕਰ ਲੈਣੀ, ਜਿੱਥੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਭਾਈ ਮਰਦਾਨਾ ਜੀ ਕਈ ਵਾਰ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਰਦੇ ਸਨ, ਬਾਬਾ ਮੇਰੇ ਤੇਰੇ ਵਿੱਚ ਭੇਦ ਨਹੀਂ। ਉਹ ਆਪਣੇ ਅੰਦਾਜ਼ ਨਾਲ ਕਹਿੰਦੇ ਸਨ, ਤੇ ਗੁਰੂ ਨਾਨਕ ਸਾਹਿਬ ਜੀ ਕਦੇ ਨਾਰਾਜ਼ ਵੀ ਨਹੀਂ ਸਨ ਹੁੰਦੇ। ਕਹਿਣ ਲੱਗੇ, ਮਰਦਾਨਿਆਂ ਵੀ ਬੜੀ ਵੱਡੀ ਗੱਲ ਕਹਿ ਦਿੱਤੀ ਆ ਵੀ ਮੇਰੇ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਹੀ ਨਹੀਂ। ਕਹਿਣ ਲੱਗੇ, ਕਿਵੇਂ? ਭਾਈ ਮਰਦਾਨਾ ਜੀ ਕਹਿਣ ਲੱਗੇ, ਜਜਮਾਨਾ ਮੇਰੇ ਤੇਰੇ ਵਿੱਚ ਫਰਕ ਨਹੀਂ, ਜੇ ਫਰਕ ਹੈ ਤੇ ਕੇਵਲ ਇੰਨਾ ਕਿ ਤੂੰ ਖੁਦਾ ਦਾ ਡੂਮ ਤੇ ਮੈਂ ਤੇਰਾ ਡੂਮ। ਤੂੰ ਗਾ ਕੇ ਖੁਦਾ ਨੂੰ ਪ੍ਰਸੰਨ ਕਰਦਾ ਤੇ ਮੈਂ ਗਾ ਕੇ ਤੁਹਾਨੂੰ ਪ੍ਰਸੰਨ ਕਰਦਾ। ਜਿਵੇਂ ਮੈਂ ਤੁਹਾਡੇ ਦਰ ਤੇ ਆ ਕੇ ਕਹਿੰਦਾ, ਜਜਮਾਨਾ ਮੈਨੂੰ ਐਸ ਚੀਜ਼ ਦੀ ਲੋੜ ਹੈ ਤੇ ਜੋ ਮੈਂ ਮੰਗਦਾ, ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ, ਤੁਸੀਂ ਮੇਰੀ ਝੋਲੀ ਭਰ ਦਿੰਦੇ ਹੋ। ਕਹਿੰਦੇ ਕਈ ਵਾਰ ਮੈਂ ਵੇਖਿਆ ਵੀ ਤੁਸੀਂ ਵੀ ਇਕਾਗਰ ਚਿੱਤ ਹੋ ਕੇ ਤੇ ਮੇਰੇ ਵਾਂਗ ਉਸ ਕਰਤੇ ਪੁਰਖ ਨੂੰ ਆਖ ਦਿਓ, ਕਰਤਾ ਤੂੰ ਮੇਰਾ ਜਜਮਾਨ, ਏਕ ਦਖਣਾ ਹੋਂ ਤੈ ਪੈ ਮੰਗੋ, ਦੇਹੋ ਆਪਣਾ ਨਾਮ। ਰੱਬੀ ਵਜਦ ਵਿੱਚ ਜੁੜ ਕੇ ਕਹਿ ਦਿੱਤਾ, ਮੈਂ ਵੀ ਡੂਮ ਤੇ ਤੁਸੀਂ ਵੀ ਡੂਮ। ਕਹਿਣ ਲੱਗੇ, ਬਾਬਾ ਨਾਨਕ ਜੀ, ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਤੁਹਾਡੇ ਤੇ ਮੇਰੇ ਵਿੱਚ ਭੇਦ ਕੋਈ ਨਹੀਂ, ਅੰਤਰ ਕੋਈ ਨਹੀਂ, ਵਿਥ ਕੋਈ ਨਹੀਂ। ਤੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਕਿਹਾ ਕਰਦੇ ਸਨ, ਮਰਦਾਨਿਆਂ ਗੁਰੂ ਦੇ ਹੁਕਮ ਅਨੁਸਾਰ ਗੁਰੂ ਦੇ ਪਿੱਛੇ ਪਿੱਛੇ ਤੁਰਿਆ ਆ, ਗੁਰੂ ਵਰਗਾ ਕੀ ਇੱਕ ਦਿਨ ਪਰਮੇਸ਼ਰ ਵਰਗਾ ਹੋ ਜਾਵੇਂਗਾ। ਸੱਚਮੁੱਚ ਸਿੱਖੀ ਦਾ ਸਫ਼ਰ ਜਿਹੜਾ ਉਹ ਮਰਦਾਨੇ ਤੋਂ ਲੈ ਕੇ ਬੰਦੇ ਤੱਕ ਦਾ, ਤੇ ਮਰਦਾਨਾ ਜਾਂ ਬੰਦਾ ਕੇਵਲ ਪੁਲਿੰਗ ਨਹੀਂ। ਮਰਦਾਨੇ ਤੇ ਬੰਦੇ ਦਾ ਮਤਲਬ ਹੈ ਬੰਦਾ ਉਹ ਜਿਹੜਾ ਬੰਦਗੀ ਕਰਦਾ ਹੈ, ਤੇ ਮਰਦਾਨਾ ਉਹ ਜਿਹਦੇ ਵਿੱਚ ਮਰਦਾਨਗੀ ਹੈ ਵੀ ਗੁਰੂ ਦੇ ਕਦਮਾਂ ਨਾਲ ਕਦਮ ਮਿਲਾ ਕੇ ਗੁਰੂ ਦੀ ਦੱਸੀ ਹੋਈ ਰਹੁ ਰੀਤ ਦੇ ਮੁਤਾਬਕ ਗੁਰੂ ਦੇ ਪਿੱਛੇ ਪਿੱਛੇ ਤੁਰ ਪਵੇ। ਉਹ ਕੋਈ ਮਰਦਾਨਾ ਤੇ ਬੰਦਾ ਹੀ ਤੁਰ ਸਕਦਾ ਹੈ। ਜਾਕੋ ਮਿਹਰ ਮਿਹਰ ਮਿਹਰਵਾਨਾ, ਸੋਈ ਮਰਦ ਮਰਦ ਮਰਦਾਨਾ, ਸੋ ਬੰਦਾ ਜਿਸ ਨਜ਼ਰ ਨਰਾ। ਜਿਹਦੇ ਤੇ ਮੇਰੇ ਗੁਰੂ ਨੇ ਨਜ਼ਰੇ ਅਨਾਇਤ ਕਰ ਦਿੱਤੀ, ਉਹ ਮਰਦਾਨਾ, ਉਹ ਬੰਦਾ ਹੈ। ਚਾਹੇ ਉਹ ਸਾਡੀਆਂ ਭੈਣਾਂ ਨੇ, ਚਾਹੇ ਉਹ ਸਾਡੇ ਵੀਰ ਨੇ। ਇਹੀ ਕਾਰਨ ਕਿ ਮਾਈ ਭਾਗੋ ਦੀ ਮਰਦਾਨਗੀ ਕਦੇ ਲੁਕੀ ਛਿਪੀ ਨਹੀਂ ਰਹਿ ਸਕਦੀ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ ਮਾਤਾ ਖੀਵੀ ਜੀ ਦੀ ਮਰਦਾਨਗੀ ਦਾ ਜ਼ਿਕਰ ਵੀ ਕੀਤਾ। ਇਹ ਮਰਦਾਨਗੀ ਸੀ ਨਾ ਵੀ ਲੋਕ ਤਾਨੇ ਦਿੰਦੇ ਸਨ ਵੀ ਤੁਹਾਡਾ ਪਤੀ ਭਾਈ ਲੈਣਾ ਤੇ ਗੁਰੂ ਜੋਗਾ ਹੀ ਹੈ, ਤੇ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਮਾਤਾ ਖੀਵੀ ਜੀ ਬੜੇ ਵੱਡੇ ਮਰਦਾਨੇ ਬੋਲ ਬੋਲਦੇ ਸਨ ਕਿ ਜੇ ਮੇਰਾ ਪਤੀ ਗੋਦੜੀ ਪਹਿਨੇਗਾ ਤੇ ਮੈਂ ਲੀਰਾਂ ਹੰਡਾਸਾਂ। ਪਰਵਾਹ ਨਹੀਂ ਕੀਤੀ ਕਿਸੇ ਦੀ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਜਾਂਦੇ ਤੇ ਲੰਗਰ ਦਾ ਪ੍ਰਬੰਧ ਐਸੇ ਢੰਗ ਨਾਲ ਮਾਤਾ ਖੀਵੀ ਜੀ ਨੇ ਕੀਤਾ, ਜਾਂ ਆਪਣੇ ਪਰਿਵਾਰ ਨੂੰ ਐਸੇ ਢੰਗ ਨਾਲ ਸੰਭਾਲਿਆ ਕਿ ਇਹਦਾ ਜ਼ਿਕਰ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਦੀ ਉਚਾਰੀ ਵਾਰ ਵਿੱਚ ਆਉਂਦਾ ਹੈ ਕਿ ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਹੈ ਮਾਤਾ ਖੀਵੀ ਔਰਤ, ਫੀਮੇਲ, ਪਰ ਗੁਰਬਾਣੀ ਕਹਿੰਦੀ ਆ ਉਹਨਾਂ ਦੀ ਘਾਲਣਾ ਮਰਦਾਨਗੀ ਵਾਲੀ ਘਾਲਣਾ ਹੈ। ਸੋ ਮਰਦਾਨੇ ਦਾ ਤੇ ਬੰਦੇ ਦਾ ਮਤਲਬ ਮੇਲ ਜਾਂ ਫੀਮੇਲ ਨਹੀਂ। ਜਿਹੜਾ ਬੰਦਗੀ ਕਰਦਾ, ਸਾਹਿਬ ਕਹਿੰਦੇ ਅਸਲ ਬੰਦਾ ਉਹ ਹੈ। ਬੰਦੇ ਸੇ ਜੇ ਪਵੈ ਵਿੱਚ ਬੰਦੀ, ਵੇਖਣ ਕੋ ਦੀਦਾਰ। ਜਿਨ੍ਹਾਂ ਸਤਿਗੁਰੂ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਐ, ਪਸ਼ੂ ਢੋਰ ਗਵਾਰ। ਇਸੇ ਲਈ ਸਾਨੂੰ ਕਹਿਣਾ ਪੈਂਦਾ ਹੈ ਨਾ ਵੀ ਬੰਦਾ ਬਣ ਜਾ, ਕਿਉਂਕਿ ਕੁੱਤਾ ਕੁੱਤਾ ਹੈ, ਰੁੱਖ ਰੁੱਖ ਹੈ, ਸ਼ੇਰ ਸ਼ੇਰ ਹੈ, ਹਾਥੀ ਹਾਥੀ ਹੈ। ਇਹ ਬੰਦਾ ਹੀ ਆ ਜਿਹੜਾ ਬੰਦਾ ਹੋ ਕੇ ਵੀ ਬੰਦਾ ਨਹੀਂ ਹੈ। ਤੇ ਬੰਦਾ ਬਣਨ ਵਾਸਤੇ ਸਾਨੂੰ ਸੰਸਾਰ ਦੇ ਵਿੱਚ ਗੁਰ ਪਰਮੇਸ਼ਰ ਨੇ ਭੇਜਿਆ, ਤੇ ਨਾਲ ਸਾਨੂੰ ਇਹ ਸਮਝਾਇਆ ਕਿ ਇਹ ਤੇਰੀ ਅਵਸਰ, ਇਹ ਤੇਰੀ ਬਾਰ। ਜਦੋਂ ਗੁਰੂ ਕਿਰਪਾ ਕਰਦਾ, ਕਾਇਆ ਗੜ ਸੋਹਿਆ, ਮੇਰਾ ਪ੍ਰਭ ਮੋਹਿਆ।
क्यों सास गरास विसारिਐ। ਕਹਿਣ ਲੱਗੇ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਕਾਇਆ ਗੜ ਗੁਰੂ ਨੇ ਪਰਮਾਤਮਾ ਨਾਲ ਸੇਵਕ ਦੀ ਲਿਵ ਜੋੜ ਕੇ ਇਹਦੇ ਕਾਇਆ ਗੜ ਨੂੰ ਰੋਸ਼ਨ ਕਰ ਦਿੱਤਾ। ਕਹਿਣ ਲੱਗੇ ਉਸ ਪਰਮਾਤਮਾ ਨੇ ਜੀਵ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਪ੍ਰੀਤਮ ਮੋਹ ਲਿਆ ਮਨ ਮੇਰਾ, ਭਾਵ ਜਿਹਦਾ ਮਨ ਪ੍ਰੀਤਮ ਵਾਲੇ ਪਾਸੇ ਮੋਹਿਆ ਜਾਵੇ, ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਜਾਵੇ। ਮੋਹਨ ਮੋਹ ਲਿਆ ਮਨ ਮੇਰਾ, ਉਹ ਮੋਹਨ ਪਰਮਾਤਮਾ ਜਿਹੜਾ ਉਹ ਸਦਾ ਸੱਚਮੁੱਚ ਆਪਣੇ ਤੇ ਮੋਹਿਤ ਕਰਦਾ। ਤੇ ਜਿਹੜਾ ਜੀਵ ਪਰਮਾਤਮਾ ਤੇ ਮੋਹਿਤ ਹੋ ਜਾਂਦਾ, ਸਾਹਿਬ ਕਹਿੰਦੇ ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਚਾਹੇ ਉਹ ਸਾਡੇ ਅੰਦਰ ਸਵਾਸ ਹੋਣ ਤੇ ਚਾਹੇ ਖਾਣ ਵਾਲੀ ਭੋਜਨ ਦੀ ਗਰਾਈ ਹੋਵੇ, ਕਾਇਆ ਗੜ ਸੋਹਿਆ ਮੇਰਾ ਪ੍ਰਭ ਮੋਹਿਆ, ਕਿਉਂ ਸਾਸ ਗਰਾਸ ਵਿਸਾਰੀਐ। ਉਹਨੂੰ ਸਾਹ ਲੈਂਦਿਆਂ, ਉਹਨੂੰ ਭੋਜਨ ਖਾਂਦਿਆਂ ਅਸੀਂ ਕਿਉਂ ਵਿਸਾਰੀਏ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਜਿਹਨੇ ਸਾਰਾ ਕੁਝ ਦਿੱਤਾ ਉਹ ਸਾਡੀ ਜ਼ਿੰਦਗੀ ਵਿੱਚੋਂ ਕਿਉਂ ਵਿਸਰੇ। ਇਸ ਕਰਕੇ ਬਾਬਾ ਦੀਪ ਸਿੰਘ ਹੋਣਾ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸਤਿਗੁਰੂ ਜੀ ਤੋਂ ਜਿੱਥੇ ਸਿਮਰਨ ਦੀ ਪ੍ਰਭੂ ਬੰਦਗੀ ਦੀ ਦਾਤ ਪ੍ਰਾਪਤ ਕੀਤੀ, ਅੱਜ ਅਸੀਂ ਤਾਂ ਸਾਰੀ ਉਮਰ ਪੁੱਛਦੇ ਹੀ ਰਹਿ ਜਾਂਦੇ ਹਾਂ ਵੀ ਸਵੇਰੇ ਨਿਤਨੇਮ ਕਰਨਾ ਚਾਹੀਦਾ, ਸ਼ਾਮ ਨੂੰ ਨਿਤਨੇਮ ਕਰਨਾ ਚਾਹੀਦਾ। ਪਰ ਬਾਬਾ ਦੀਪ ਸਿੰਘ ਜੀ ਸੈਂਕੜੇ ਵਾਰ ਦਿਨ ਵਿੱਚ ਜਪਜੀ ਸਾਹਿਬ ਦਾ ਪਾਠ ਪੜ੍ਹਿਆ ਕਰਦੇ ਸਨ, ਕੋਈ ਗਿਣਤੀ ਨਹੀਂ। ਜਦੋਂ ਵੀ ਸਮਾਂ ਲੱਗੇ ਉਹ ਬਾਰ-ਬਾਰ ਜਪਜੀ ਸਾਹਿਬ ਦਾ ਪਾਠ ਪੜ੍ਹਦੇ, ਕਿਉਂਕਿ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਹੈ, ਨਿਤਨੇਮ ਦੀ ਪਹਿਲੀ ਬਾਣੀ ਹੈ, ਅਮਰ ਸੰਚਾਰ ਦੀ ਪਹਿਲੀ ਬਾਣੀ ਹੈ। ਤੇ ਵਿਦਵਾਨਾਂ ਦਾ ਕਥਨ ਹੈ ਜੇ ਗੁਰੂ ਗ੍ਰੰਥ ਸਾਹਿਬ ਦਾ ਮੇਨ ਆਈਡੀਆ ਰਹਾਓ ਲੱਭਣਾ ਹੋਵੇ ਤੇ ਉਹ ਜਪਜੀ ਸਾਹਿਬ ਹੈ। ਜੇ ਜਪਜੀ ਸਾਹਿਬ ਨੂੰ ਆਪਾਂ ਸਮਝ ਲਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਰਥ ਸਾਨੂੰ ਹੌਲੀ ਹੌਲੀ ਫਿਰ ਸਮਝ ਪੈਂਦੇ ਜਾਣਗੇ। ਇੰਨੀ ਕਿਰਪਾ ਜਪਜੀ ਸਾਹਿਬ ਦੇ ਪਾਠ ਵਿੱਚ। ਤੇ ਬਾਬਾ ਦੀਪ ਸਿੰਘ ਜੀ ਅਨੇਕਾਂ ਵਾਰ ਦਿਨ ਦੇ ਵਿੱਚ ਸੈਂਕੜੇ ਵਾਰ ਜਪਜੀ ਸਾਹਿਬ ਦਾ ਪਾਠ ਪੜ੍ਹਦੇ। ਜਦੋਂ ਵੀ ਚਿੱਤ ਕਰਦਾ ਤੇ ਉਹ ਜਪਜੀ ਸਾਹਿਬ ਸ਼ੁਰੂ ਕਰ ਦਿੰਦੇ। ਇੰਨਾ ਉਹ ਬੰਦਗੀ ਦੇ ਵਿੱਚ ਸਦਾ ਗੜੂੰਦ ਰਹਿੰਦੇ ਸਨ, ਹੱਥੀਂ ਸੇਵਾ ਕਰਦੇ। ਕਹਿੰਦੇ ਇੱਕ ਦਿਨ ਬਰਤਨ ਲੰਗਰ ਦੇ ਸਾਫ਼ ਕਰ ਰਹੇ ਸਨ ਤੇ ਗੁਰੂ ਕਲਗੀਧਰ ਪਾਤਸ਼ਾਹ ਉਧਰੋਂ ਟਹਿਲਦੇ ਜਦੋਂ ਲੰਘੇ ਤੇ ਕਹਿਣ ਲੱਗੇ ਦੀਪ ਸਿਆਂ ਵੀ ਬਰਤਨ ਤਾਂ ਸਾਫ਼ ਹੋ ਗਿਆ, ਇਹਦੇ ਵਿੱਚੋਂ ਤੁਹਾਡਾ ਵੇਖੋ ਚਿਹਰਾ ਵੀ ਜਿਹੜਾ ਨਜ਼ਰ ਆ ਰਿਹਾ ਤੇ ਅਜੇ ਵੀ ਤੁਸੀਂ ਇਹਨੂੰ ਮਾਂਜੀ ਜਾ ਰਹੇ ਹੋ। ਤੇ ਬਾਬਾ ਦੀਪ ਸਿੰਘ ਹੋਣਾ ਨੇ ਕਿਹਾ ਸੀ ਸਤਿਗੁਰੂ ਜੀ ਇਸ ਬਰਤਨ ਵਿੱਚੋਂ ਮੇਰਾ ਚਿਹਰਾ ਨਜ਼ਰ ਆਵੇ ਇਹ ਮੇਰੀ ਮੰਜ਼ਿਲ ਨਹੀਂ, ਇਹ ਮੇਰੀ ਜ਼ਿੰਦਗੀ ਵਿੱਚ ਪ੍ਰਾਪਤੀ ਨਹੀਂ। ਮੈਂ ਇਸ ਬਰਤਨ ਨੂੰ ਇੰਨਾ ਮਾਂਜਣਾ ਚਾਹੁੰਦਾ ਕਿ ਇਹਦੇ ਸਾਹਮਣੇ ਖੜੋਤਾ ਮੈਂ ਹੋਵਾਂ ਤੇ ਇਹਦੇ ਵਿੱਚੋਂ ਮੈਂ ਮਨਫੀ ਹੋ ਜਾਵਾਂ, ਇਹਦੇ ਵਿੱਚੋਂ ਮੇਰਾ ਚਿਹਰਾ ਨਹੀਂ, ਇਹਦੇ ਵਿੱਚੋਂ ਤੁਹਾਡਾ ਚਿਹਰਾ ਨਜ਼ਰ ਆਵੇ। ਏਡੀ ਉੱਚੀ ਅਵਸਥਾ ਸੀ ਵੀ ਆਪਣੇ ਆਪ ਨੂੰ ਮਨਫੀ ਕਰਕੇ ਸਤਿਗੁਰੂ ਦੀ ਵਡਿਆਈ ਜਿਹੜੀ ਸੀ ਬਾਬਾ ਦੀਪ ਸਿੰਘ ਜੀ ਨੇ ਜੀਵਨ ਵਿੱਚ ਧਾਰਨ ਕੀਤੀ ਹੋਈ ਸੀ। ਕਿਉਂਕਿ ਜੇ ਸਤਿਗੁਰੂ ਸਿੱਖ ਨੂੰ ਵਡਿਆਈ ਦਿੰਦਾ ਹੈ ਨਾ, ਆ ਵੇਖੋ ਛੋਟਾ ਜਿਹਾ ਬੱਚਾ ਬੜਾ ਭੋਲਾ ਹੁੰਦਾ ਤੇ ਕਈ ਵਾਰ ਆਪਾਂ ਮੋਢੇ ਤੇ ਬਿਠਾ ਲੈਂਦੇ ਆ ਨਾ ਤੇ ਆਪਾਂ ਕਹਿੰਦੇ ਆ ਵੇਖ ਮੇਰਾ ਪੁੱਤ ਮੇਰੀ ਧੀ ਮੇਰੇ ਤੋਂ ਵੀ ਵੱਡੀ ਹੋ ਗਈ। ਪਰ ਉਹ ਛੋਟੇ ਜਿਹੇ ਬੱਚੇ ਉਹ ਪਤਾ ਕੀ ਕਹਿੰਦੇ ਨੇ, ਉਹ ਕਹਿੰਦੇ ਪਾਪਾ ਅਸੀਂ ਵੱਡੇ ਜ਼ਰੂਰ ਹੋਏ ਆ ਪਰ ਮੋਢਾ ਤੁਹਾਡਾ ਹੈ, ਤੁਹਾਡੇ ਮੋਢੇ ਤੇ ਬੈਠ ਕੇ ਆ, ਉੱਦਾਂ ਨਹੀਂ। ਤੇ ਜਿਹੜੇ ਸਤਿਗੁਰਾਂ ਨੇ ਬਚਨ ਕਹੇ ਨੇ ਵੀ ਗੁਰੂ 20 ਤੇ ਸੰਗਤ 21, ਉਹ ਗੁਰਸਿੱਖਾਂ ਨੂੰ ਪਤਾ ਸੀ ਵੀ ਗੁਰੂ 20 ਹੈ ਤੇ ਸੰਗਤ 1 ਹੈ। ਜਦੋਂ 20 ਨਾਲ 1 ਜੁੜੇਗਾ ਉਦੋਂ 21 ਬਣਨੀ ਹੈ। ਕਦੇ 21 ਦੇ ਇਹ ਨਾ ਅਰਥ ਕਰ ਲਿਓ ਵੀ ਸ਼ਾਇਦ ਗੁਰੂ 20 ਤੇ ਆਪਾਂ 21 ਨਹੀਂ। 21 ਦਾ ਮਤਲਬ ਵੀ ਆਪਾਂ ਇੱਕ ਹਾਂ। ਜਿਵੇਂ ਇੱਕ ਪਾਸੇ ਬੰਦਾ ਪੈਸੇ ਵਾਲਾ ਹੋਵੇ, ਦੂਜੇ ਪਾਸੇ ਗਰੀਬ ਹੋਵੇ ਤੇ ਉਹ 20 ਰੁਪਈਏ ਪਾਵੇ, ਦੂਜਾ 1 ਰੁਪਈਆ ਪਾ ਕੇ ਕਹਿੰਦਾ ਆਪਾਂ ਰਲ ਮਿਲ ਕੇ 21 ਪਾ ਲਈ। ਆਪਾਂ ਇੱਕ ਹਾਂ ਤੇ ਗੁਰੂ 20 ਆ। ਜੇ ਆਪਾਂ ਗੁਰੂ ਤੋਂ ਵੱਖਰੇ ਹੋ ਜਾਵਾਂਗੇ ਸਤਿਗੁਰੂ ਫਿਰ ਵੀ 20 ਹੈ। ਪਰ ਵਡਿਆਈ ਇਸ ਗੱਲ ਵਿੱਚ ਹੈ ਕਿ ਅਸੀਂ ਇੱਕ ਹਾਂ ਤੇ ਗੁਰੂ 20 ਨਾਲ ਜਦੋਂ ਅਸੀਂ ਮਿਲਾਂਗੇ ਤੇ ਫਿਰ 21 ਬਣੇਗਾ। ਪਰ ਕਦੇ ਇਹ ਨਹੀਂ ਸਮਝਣਾ ਵੀ ਆਪਾਂ ਗੁਰੂ ਤੋਂ ਵੱਖ ਹੋ ਕੇ ਸੰਗਤ 21 ਹੈ ਜੀ, ਸੰਗਤ ਵੱਡੀ ਹੈ, ਨਹੀਂ।
ਪਿਤਾ ਦੇ ਮੋਢਿਆਂ ਤੇ ਬੈਠ ਕੇ ਜਿਹੜਾ ਬੱਚਾ ਵੱਡਾ ਹੈ ਉਹਨੂੰ ਸਮਝ ਹੈ ਵੀ ਮੈਂ ਵੱਡਾ ਜ਼ਰੂਰ ਦਿਸ ਰਿਹਾ, ਪਰ ਪਿਤਾ ਦੇ ਮੋਢੇ ਤੇ ਬੈਠ ਕੇ ਇਹ ਗੁਰੂ ਨੇ ਵਡਿਆਈ ਬਖਸ਼ਿਸ਼ ਕੀਤੀ ਹੈ। ਜੇ ਬਾਬਾ ਦੀਪ ਸਿੰਘ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਘੋੜ ਸਵਾਰੀ ਸਿੱਖਦੇ, ਸ਼ਸਤਰ ਵਿਦਿਆ ਦੇ ਅਭਿਆਸ ਕਰਦੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਯੋਧਿਆਂ ਦੀ ਬੜੀ ਵਡਿਆਈ ਕਰਦੇ, ਇੱਥੇ ਤੱਕ ਵੀ ਆਖ ਦਿੰਦੇ ਕਿ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਜੰਗ ਯੁੱਧ ਜਿੱਤੇ ਨੇ, ਇਸ ਦੇਸ਼ ਨੂੰ ਆਜ਼ਾਦ ਕਰਾਉਣਾ, ਮਜਲੂਮਾਂ ਦੀ ਰੱਖਿਆ ਕਰਨੀ, ਸੱਚ ਹੱਕ ਤੇ ਅਸੀਂ ਪਹਿਰਾ ਦੇਣਾ, ਮੈਂ ਤਾਂ ਸੇਵਾ ਹੀ ਇਹਨਾਂ ਯੋਧਿਆਂ ਦੀ ਕਰਾਂਗਾ, ਦਾਨ ਪੁੰਨ ਵੀ ਇਹਨਾਂ ਨੂੰ ਦੇਵਾਂਗਾ, ਹੋਰ ਕੋਈ ਕਰਮ ਕਾਂਡੀ, ਵਹਿਮਾਂ ਭਰਮਾਂ ਵਾਲਾ, ਪਖੰਡੀ ਜਾਂ ਕੋਈ ਊਚ ਨੀਚ ਦੇ ਵਿਤਕਰੇ ਪਾਉਣ ਵਾਲਾ ਜਿਹੜਾ ਕੇਵਲ ਵੇਲੜ ਹੈ, ਉਹਦੀ ਨਾ ਮੈਂ ਸੇਵਾ ਕਰਨਾ ਚਾਹੁੰਦਾ ਤੇ ਨਾ ਮੈਂ ਦਾਨ ਕਰਨਾ ਚਾਹੁੰਦਾ। ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਯੋਧਿਆਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਸੇਵ ਕਰੀ ਇਨਹੀ ਕੀ ਭਾਵਤ ਔਰ ਆਨ ਕੀ ਸੇਵ ਸੁਹਾਤ ਨਾ ਜੀਕੋ, ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀਕੋ। ਤੇ ਜੇ ਕਿਸੇ ਨੇ ਪੁੱਛਿਆ ਵੀ ਇਹਨਾਂ ਦੀ ਸੇਵਾ ਕਿਉਂ, ਤੇ ਸਾਹਿਬ ਕਹਿਣ ਲੱਗੇ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਅਗ ਔਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਪੁਨ ਧਾਮ ਭਰੇ, ਇਨਹੀ ਕੀ ਕਿਰਪਾ ਸੋ ਵਿਦਿਆ ਲਈ, इन्हीं की कृपा सब शतर मरे, इन्हीं की कृपा के सजे हम हैं, नहीं मोसे गरीब करोड़ परे। बाबा दीप सिंह जी जदों सुनते सन कि जेड़े सिख घोड़ सवारी सिख रहे ने, शस्त्र विद्या के अभ्यास करते हैं, जंगां युद्धां विच मोढे नाल मोढा मिला के सतगुरु जी दे नाल वो जंगां युद्धां विच शामिल हुंदे ने, ते मेरे सतगुरु जी उन्हां योधियां दी एडी वड्डी वडियाई करते हैं। उस वेले बाबा दीप सिंह जी दे अंदर जिथे बंदगी वाला गुण सी, सिमरन वाला गुण सी, खंडे दी पौ लैके सिक्खी वाला गुण सी, उत्थे एक जोधे वाला सूरबीरां वाला गुण भी पैदा होया। ते भाई गुरदास जी कहते ने तिन धन जनेंदी माओ जोधा जोधी है, भी जेड़े जोधियां विचों जोधे ने, सिखर दे जोधे ने, जेड़े अतरथी जोधे ने, क्योंकि रथी महारथी ते अतरथी ये सूरमियां दी कैटागरी है ना, ते जेड़े जोधियां विचों जोधे ने, श्रेष्ठ ने, सिखर दे, जिन्हां वर्गा जोधा कोई नहीं, ते भाई गुरदास जी कहंदे उन्हां नूं जन्म देण वाली मां भी धनता जोग है। जिथे बंदगी करन वालियां वास्ते कहा ना कि धन सो माता जिन जन जने, धन जननी जिन जाया, धन पिता प्रधान, ते उत्थे भाई गुरदास जी कहंदे तिन धन जनेंदी माओ जोधा जोधी है, जेड़े जोधियां विचों जोधे ने, महाजोधे ने, महाबली सूरबीर ने, उन्हां दी मां भी धनता जोग है। सचमुच बाबा दीप सिंह जिन्हां दे अंदर जोधियां वाले, सूरबीरां वाले गुण भी सतगुरु जी ने कृपा करके भर दिते सन, ते उन्हां दे जीवन विच आई हुई तब्दीली इस तरह सी कि गुर पारस हम लो मिल कंचन होया राम, ज्योति जोत मलाए कायांगढ़ सोहया राम, कायांगढ़ सोहया मेरा प्रभ मोहया, क्यों सास गरास विसारी है। ते उदों फिर समझ आउंदी है कि अदृष्ट अगोचर पकड़िया गुर शब्दी, हाँ सतगुर कै बलहारी है। परमात्मा अदृष्ट है। दृष्ट का मतलब जो असीं वेखदे हां, ते अदृष्ट का मतलब जिथे तक साडी दृष्टि जाती है परमात्मा उहदे तो परे है, जिथे जाके साडी नज़र का अंत हो जाता है परमात्मा उत्थों शुरू होंदा है। आ जिहड़ा आपां वेखदे हां ना भी वो उपर आकाश है, ये साडी नज़र का अंत है। आकाश ते इहदे तो कई हज़ारां को उपर हो सकता है, पर साडी नज़र उत्थे तक जाती है। अदृष्ट ते अगोचर का मतलब वो साडे ध्यान गोचरे नहीं आउंदा, ते प्रभु प्यारियां ने उन्होंने पाउण का इको एक तरीका दसिया, कहन लगे अदृष्ट अगोचर पकड़िया गुर शब्दी। धन गुरु ग्रंथ साहिब महाराज की बाणी के जिहड़े शब्द ने ना, ये परमात्मा नूं उवें आपां पिछे पिछे ते परमात्मा अगे अगे नहीं ना परमात्मा पकड़िया जाता, पर साहिब कहंदे नानक हर गुण गाए अलख प्रभ लाखी है। परमात्मा दे गुण गाउण लग पवो, बाणी पढ़न लग पवो, अलख प्रभु लखिया जा सकता है।
ਗੁਣ ਕੈ ਗੁਣੀ ਸਮਾਵਣਿਆ, ਉਹਦੇ ਗੁਣ ਗਾ ਕੇ ਉਹਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ। ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਤੇ ਸਤਿਗੁਰਾਂ ਨੇ ਸਿੱਧੇ ਲਫ਼ਜ਼ਾਂ ਵਿੱਚ ਕਹਿ ਦਿੱਤਾ, ਕਹਿਣ ਲੱਗੇ ਉਵੇਂ ਤੁਸੀਂ ਪਿੱਛੇ ਪਿੱਛੇ ਪਰਮਾਤਮਾ ਅੱਗੇ ਅੱਗੇ ਕਦੀ ਨਹੀਂ ਜੇ ਪਕੜਿਆ ਜਾਣਾ। ਪਰ ਐਸੀ ਤਬਦੀਲੀ ਆ ਸਕਦੀ ਹੈ ਕਿ ਪਾਛੇ ਲਾਗੂ ਹਰ ਫਿਰੈ, ਕਹਿਤ ਕਬੀਰ ਕਬੀਰ। ਕਹਿੰਦੇ ਫਿਰ ਕਬੀਰ ਅੱਗੇ ਹੋਵੇ ਤੇ ਪਰਮਾਤਮਾ ਪਿੱਛੇ ਹੋਵੇ, ਤੇ ਕਬੀਰ ਕਬੀਰ ਕਹਿ ਕੇ ਉਹ ਪਿੱਛੇ ਪਿੱਛੇ ਭੱਜਾ ਆਵੇ। ਇਹ ਤਬਦੀਲੀ ਜਿਹੜੀ ਆ ਇਹ ਜੀਵਨ ਬਦਲਣ ਵਾਲੀ ਹੈ। ਇਸੇ ਲਈ ਜਦੋਂ ਇਹ ਤਬਦੀਲੀ ਭਗਤ ਕਬੀਰ ਜੀ ਦੇ ਜੀਵਨ ਵਿੱਚ ਆਈ, ਲੋਕ ਕਹਿਣ ਲੱਗੇ ਵੀ ਵਿਗੜ ਗਿਆ। ਕਹਿਣ ਲੱਗੇ ਫਿਰ ਕੀ ਹੈ, ਜੇ ਇਹਨੂੰ ਤੁਸੀਂ ਵਿਗੜਨਾ ਕਹਿੰਦੇ ਹੋ ਤੇ ਫਿਰ ਤੇ ਬਹੁਤ ਕੁਝ ਵਿਗੜਿਆ। ਗੰਗਾ ਦੇ ਨਾਲ ਨਦੀਆਂ ਵਿਗੜ ਗਈਆਂ, ਪਰ ਵਿਗੜ ਕੇ ਗੰਗਾ ਦਾ ਰੂਪ ਹੋ ਗਈਆਂ। ਚੰਦਨ ਦੇ ਨਾਲ ਦਰਖਤ ਵਿਗੜ ਗਏ, ਪਰ ਚੰਦਨ ਦਾ ਰੂਪ ਹੋ ਗਏ। ਪਾਰਸ ਦੇ ਨਾਲ ਤਾਂਬਾ ਵਿਗੜ ਗਿਆ, ਪਰ ਸੋਨੇ ਦਾ ਰੂਪ ਹੋ ਗਿਆ। ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਕਬੀਰ ਵਿਗੜ ਗਿਆ, ਐਸਾ ਵਿਗੜਿਆ ਇੱਕ ਦਿਨ ਰੱਬ ਦਾ ਰੂਪ ਹੋ ਗਿਆ। ਗੰਗਾ ਕੈ ਸੰਗ ਸਲਤਾ ਬਿਗਰੀ। ਬੜੀ ਸੋਹਣੀ ਗੱਲ ਪਤਾ ਲੱਗਾ ਕਿ ਤੁਸੀਂ ਇੱਥੇ ਬੜੀ ਭਾਵਨਾ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਕਰਾਉਂਦੇ ਹੋ, ਪਰ ਜ਼ਿੰਦਗੀ ਵਿੱਚ ਇੱਕ ਸਹਿਜ ਪਾਠ ਖੁਦ ਵੀ ਕਰਿਓ। ਇੱਕ ਸਹਿਜ ਪਾਠ ਭਾਵਨਾ ਨਾਲ ਬੜੇ ਠਰਮੇ ਨਾਲ ਵਿਚਾਰ ਕੇ ਕਰ ਲਵੋ ਤੇ ਜ਼ਿੰਦਗੀ ਵਿੱਚ ਬੜੀ ਵੱਡੀ ਤਬਦੀਲੀ ਆਵੇਗੀ। ਜ਼ਰੂਰ ਜ਼ਿੰਦਗੀ ਵਿੱਚ ਮੌਕਾ ਮਿਲੇ ਤੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਓ। ਤੁਸੀਂ ਕਹੋਗੇ ਵੀ ਆਪਾਂ ਰੋਜ਼ ਹੀ ਕਰਦੇ ਹਾਂ, ਰੋਜ਼ ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ, ਪਰ ਗੁਰਬਾਣੀ ਰੂਪੀ ਰੂਹ ਇੱਕ ਅੰਗ ਤੋਂ ਲੈ ਕੇ 1430 ਤੱਕ ਗੁਰਬਾਣੀ ਦੀ ਰੂਹ ਦੇ ਦਰਸ਼ਨ ਕਰਿਓ। ਇੱਕ ਸਹਿਜ ਪਾਠ ਘੱਟੋ ਘੱਟ ਜ਼ਿੰਦਗੀ ਵਿੱਚ। ਤੇ ਭਗਤ ਕਬੀਰ ਸਾਹਿਬ ਦੇ ਬਚਨ ਕਹਿਣ ਲੱਗੇ, ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਬਿਗਰਿਓ ਕਬੀਰਾ RAM ਦੁਹਾਈ, ਸਾਚ ਭਇਓ ਅਨ ਕਤੈ ਨਾ ਜਾਈ। ਕਹਿੰਦੇ ਕਬੀਰ ਵਿਗੜ ਗਿਆ, ਪਰ ਰੱਬ ਦੀ ਦੁਹਾਈ, ਰੱਬ ਦੇ ਗੁਣ ਗਾਉਣ ਵਾਲੀ ਕਿਰਿਆ ਵਿੱਚ ਵਿਗੜਿਆ। ਤੇ ਹੁਣ ਸੁਣੋ ਕਿ ਕਿਹੋ ਜਿਹਾ ਵਿਗੜਿਆ। ਕਹਿਣ ਲੱਗੇ ਸਾਚ ਭਇਓ, ਰੱਬ ਨਾਲ ਜੁੜ ਕੇ ਐਸਾ ਵਿਗੜਿਆ ਕਿ ਸੱਚ ਦਾ ਹੀ ਰੂਪ ਹੋ ਗਿਆ। ਸਾਚ ਭਇਓ ਅਨ ਕਤੈ ਨਾ ਜਾਈ, ਹੋਰ ਕਿਸੇ ਥਾਂ ਤੇ ਰੱਬ ਨੂੰ ਛੱਡ ਕੇ ਮੈਂ ਜਾਂਦਾ ਹੀ ਨਹੀਂ। ਕਹਿੰਦੇ ਤਰਵਰ ਕੈ ਸੰਗ ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਇਓ ਨਿਬਰਿਓ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮਾ ਹੋਏ ਨਿਬਰਿਓ। ਇਹ ਹੈ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ RAM। ਤੇ ਕਹਿੰਦੇ ਜਦੋਂ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਹਾਰੀਐ। ਮੈਂ ਸਤਿਗੁਰੂ ਤੋਂ ਬਲਹਾਰ ਜਾਵਾਂ। ਜਿਹੜਾ ਅਦ੍ਰਿਸ਼ਟ ਅਗੋਚਰ ਪਰਮਾਤਮਾ ਹੈ ਨਾ, ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਦਾ ਮਿਲਾਪ ਹੋ ਗਿਆ। ਉਹ ਉਵੇਂ ਪਕੜ ਵਿੱਚ ਨਹੀਂ ਜੇ ਆਉਂਦਾ। ਸੱਚ ਇਹ ਆ, ਦੋ ਲੱਕੜਾਂ ਨੂੰ ਜੋੜਨਾ ਹੋਵੇ ਤੇ ਵਿੱਚ ਫੈਵੀਕੌਲ ਚਾਹੀਦਾ, ਦੋ ਕਾਗਜ਼ ਜੋੜਨੇ ਹੋਣ ਵਿੱਚ ਗੂੰਦ ਚਾਹੀਦੀ ਹੈ। ਆਤਮਾ ਪਰਮਾਤਮਾ ਨਾਲ ਜੁੜ ਜਾਵੇ, ਇਹਦੇ ਵਿੱਚ ਸ਼ਬਦ ਚਾਹੀਦਾ। ਸਾਡੀ ਆਤਮਾ ਪਰਮਾਤਮਾ ਨਾਲ ਜੁੜ ਸਕੇ, ਆਤਮਾ ਤੇ ਪਰਮਾਤਮਾ ਦੇ ਦਰਮਿਆਨ ਸ਼ਬਦ ਹੈ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਹਾਰੀਐ। ਕਹਿੰਦੇ ਮੈਂ ਗੁਰੂ ਤੋਂ ਬਲਹਾਰ ਜਾਵਾਂ, ਕਿਉਂਕਿ ਜਿਹੜਾ ਅਦ੍ਰਿਸ਼ਟ ਅਗੋਚਰ ਪਰਮਾਤਮਾ ਸੀ ਉਹ ਗੁਰੂ ਸ਼ਬਦ ਦੇ ਦੁਆਰਾ ਵਸ ਵਿੱਚ ਆਇਆ। ਤੇ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਦੇ ਮੁਕਾਮ ਤੇ ਗੁਰੂ ਦਾ ਹੁਕਮ ਮੰਨ ਕੇ ਜਿੱਥੇ ਗੁਰੂ ਕੀ ਬਾਣੀ ਦੀ ਲਿਖਣ ਦੀ ਸੇਵਾ ਕੀਤੀ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਉੱਥੇ ਗੁਰੂ ਕੀ ਬਾਣੀ ਦੀਆਂ ਪੋਥੀਆਂ ਵੀ ਲਿਖਣ ਦੀ ਉਹਨਾਂ ਸੇਵਾ ਕੀਤੀ। ਤੇ ਇੱਕ ਪੁਰਾਤਨ ਗੁਰਸਿੱਖਾਂ ਦੇ ਮਨ ਵਿੱਚ ਚਾਹ ਹੁੰਦਾ ਸੀ, ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ, ਮਿਲ ਗੁਰ ਸਿੱਖ ਪੜ੍ਹ ਸੁਣ ਲਿਵ ਲਾਈਐ। 23 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਤਖਤ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਬਾਣੀ ਲਿਖਾਉਂਦੇ ਨੇ, ਭਾਈ ਮਨੀ ਸਿੰਘ ਲਿਖਦੇ ਨੇ, ਬਾਬਾ ਦੀਪ ਸਿੰਘ ਜੀ ਨਾਲ ਦੀ ਨਾਲ ਉਤਾਰੇ ਕਰੀ ਜਾਂਦੇ ਨੇ। 4 ਉਤਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮੁਖੀ ਵਿੱਚ, ਕਰਬੀ ਭਾਸ਼ਾ ਵਿੱਚ ਕੀਤਾ। ਜਦੋਂ ਸਿੱਖਾਂ ਦੀਆਂ 12 ਮਿਸਲਾਂ ਬਣੀਆਂ, 12 ਜਥੇ ਬਣੇ, ਤੇ ਉਹਨਾਂ ਵਿੱਚ ਇਹ ਖਾਸੀਅਤ ਸੀ ਕਿ ਜਦੋਂ ਕੋਈ ਸਾਂਝਾ ਦੁਸ਼ਮਣ ਹੁੰਦਾ ਨਾ,
ਤੇ 12 ਦੀਆਂ 12 ਮਿਸਲਾਂ ਮਿਲ ਕੇ ਉਹਦਾ ਮੁਕਾਬਲਾ ਕਰਦੀਆਂ ਸਨ। ਤੇ ਇੱਕ ਰੱਟ ਲਾਉਂਦੇ ਸੀ ਗੁਰੂ ਕੇ ਸਿੱਖ ਕਿ ਮਿਸਲ ਵੰਡ ਅਬ ਕਬੂ ਨਾ ਪਾਵੋ, ਲੜ ਤੁਰ ਤੁਰ ਲੜ ਪੰਥ ਬਚਾਵੋ, ਤੁਰ ਤੁਰ ਲੜੋ ਤੇ ਲੜ ਲੜ ਤੁਰੋ। ਉਹ ਜਿਹੜੀਆਂ 12 ਮਿਸਲਾਂ ਸਨ, ਉਹਨਾਂ ਮਿਸਲਾਂ ਵਿੱਚੋਂ ਇੱਕ ਸ਼ਹੀਦ ਮਿਸਲ ਸੀ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਮਿਸਲ ਦੇ ਮੁਖੀ ਬਣੇ। ਇਸ ਕਰਕੇ ਉਹਨਾਂ ਦੇ ਨਾਮ ਨਾਲ ਸ਼ਹੀਦ ਹੋਣ ਤੋਂ ਪਹਿਲਾਂ ਸ਼ਹੀਦ ਦਾ ਜਿਹੜਾ ਲਕਬ ਸੀ ਉਹ ਜੁੜ ਚੁੱਕਾ ਸੀ। ਹੁਣ ਜਦੋਂ ਇਹ ਵਡਿਆਈ ਗੁਰੂ ਤੋਂ ਪ੍ਰਾਪਤ ਹੋਈ, ਗੁਰੂ ਦੀ ਸੰਗਤ ਵਿੱਚ ਜਾ ਕੇ ਕਿ ਹਮ ਪਾਰਸ, ਹਮ ਲੋਹੇ ਦੀ ਤਰ੍ਹਾਂ ਤੇ ਗੁਰੂ ਪਾਰਸ ਦੀ ਤਰ੍ਹਾਂ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਲਾਏ ਕਾਇਆ ਗੜ ਸੋਹਿਆ ਰਾਮ, ਕਾਇਆ ਗੜ ਸੋਹਿਆ ਮੇਰਾ ਪ੍ਰਭ ਮੋਹਿਆ, ਕਿਉਂ ਸਾਸ ਗਰਾਸ ਵਿਸਾਰੀਐ, ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕੈ ਬਲਹਾਰੀਐ। ਤੇ ਅੱਗੇ ਫਿਰ ਸੱਚਮੁੱਚ ਉਹ ਅਵਸਥਾ ਬਣ ਜਾਂਦੀ ਹੈ, ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੈ ਭਾਵੈ। ਇਹ ਅਵਸਥਾ ਸੀ ਬਾਬਾ ਦੀਪ ਸਿੰਘ ਜੀ ਦੀ ਵੀ ਜਦੋਂ ਗੁਰੂ ਨੇ ਕਿਰਪਾ ਕਰਕੇ ਪਰਮਾਤਮਾ ਨਾਲ ਜੋੜ ਦਿੱਤਾ ਤੇ ਕਹਿੰਦੇ ਜੇ ਮੇਰੇ ਸਤਿਗੁਰੂ ਨੂੰ ਚੰਗਾ ਲੱਗੇ, ਮੇਰੇ ਸਤਿਗੁਰੂ ਨੂੰ ਭਾ ਜਾਵੇ ਤੇ ਮੈਂ ਸਤਿਗੁਰੂ ਦੇ ਅੱਗੇ ਆਪਣਾ ਸੀਸ ਭੇਟ ਕਰ ਦਿਆਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦਰ ਤੇ ਆਉਣ ਵਾਲੇ ਲਈ ਸਭ ਤੋਂ ਪਹਿਲੀ ਸ਼ਰਤ ਹੀ ਇਹ ਰੱਖੀ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸਾਹਿਬ ਕਹਿੰਦੇ ਜੇ ਮੇਰੇ ਮਾਰਗ ਤੇ ਮੇਰੀ ਗਲੀ ਵਿੱਚ ਆਉਣਾ ਤੇ ਸਭ ਤੋਂ ਪਹਿਲਾਂ ਆਪਣਾ ਸੀਸ ਤਲੀ ਤੇ ਰੱਖ ਲਾ। ਉਹ ਸਿਰ ਜੰਗਾਂ ਯੁੱਧਾਂ ਵਿੱਚ ਵੀ ਕੱਟਿਆ ਜਾ ਸਕਦਾ, ਉਹ ਸਿਰ ਅੰਮ੍ਰਿਤ ਛਕਾਉਣ ਵੇਲੇ ਵੀ ਗੁਰੂ ਮੰਗ ਸਕਦਾ। ਤੇ ਉਹ ਸਿਰ ਪੰਜਾਂ ਪਿਆਰਿਆਂ ਵਿੱਚੋਂ 3 ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਚਮਕੌਰ ਸਾਹਿਬ ਦੀ ਗੜੀ ਵਿੱਚ ਵੀ ਕਟਾ ਸਕਦੇ ਨੇ। ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਤੇ ਕਹਿੰਦੇ ਆਪੇ ਦਇਆ ਕਰੇ ਪ੍ਰਭ ਦਾਤਾ, ਜਦੋਂ ਮੇਰਾ ਮਾਲਕ ਆਪ ਦਇਆ ਕਰ ਦਿੰਦਾ, ਆਪ ਨਦਰੇ ਅਨੈਤ ਕਰ ਦਿੰਦਾ ਤੇ ਫਿਰ ਮਾਲਕ ਦੀ ਕਿਰਪਾ ਦਾ ਜਦੋਂ ਸਿੱਖ ਪਾਤਰ ਬਣ ਜਾਂਦਾ ਹੈ ਨਾ, ਤੇ ਸਾਹਿਬ ਕਹਿੰਦੇ ਫਿਰ ਮਾਲਕ ਦੇ ਨਾਲ ਜੁੜ ਕੇ ਇੱਕ ਮਿਕਤਾ ਹਾਸਲ ਹੋ ਜਾਂਦੀ ਹੈ। ਬਾਬਾ ਦੀਪ ਸਿੰਘ ਜੀ ਜਿੱਥੇ 23 ਸਾਲ ਦੀ ਉਮਰ ਵਿੱਚ ਹੱਥ ਵਿੱਚ ਕਲਮ ਪਕੜ ਕੇ ਗੁਰੂ ਕੀ ਬਾਣੀ ਦੀਆਂ ਪੋਥੀਆਂ ਲਿਖਣ ਦੀ ਸੇਵਾ ਕਰਦੇ ਨੇ, ਉੱਥੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਬਾਰ-ਬਾਰ ਭਾਰਤ ਤੇ ਹਮਲੇ ਕੀਤੇ, ਇੱਥੋਂ ਦੀ ਇੱਜ਼ਤ ਆਬਰੂ ਨੂੰ ਲੁੱਟਿਆ, ਤੇ ਸਿੱਖ ਜਰਨੈਲਾਂ ਨੇ ਨਾਦਰ ਸ਼ਾਹ ਦੁਰਾਨੀ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਐਸੀ ਭਾਂਜ ਦਿੱਤੀ ਕਿ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਕਭੀ ਨਾਦਰ ਤੁਝਸੇ ਡਰਤਾ ਥਾ, ਅਬਦਾਲੀ ਵੀ ਖਮ ਖਾਤਾ ਥਾ, ਤਬ ਤੁਝਕੋ ਏਕ ਲਗਨ ਥੀ ਦੁਖੀਆਂ ਕਾ ਦਰਦ ਵਡਾਨੇ ਕੀ। ਜਦੋਂ ਇੱਥੋਂ ਦੀ ਇੱਜ਼ਤ ਆਬਰੂ, ਇੱਥੋਂ ਦਾ ਧਨ ਸਰਮਾਇਆ ਲੁੱਟ ਕੇ ਨਾਦਰ ਸ਼ਾਹ ਦੁਰਾਨੀ, ਅਹਿਮਦ ਸ਼ਾਹ ਅਬਦਾਲੀ ਆਪਣੇ ਦੇਸ਼ਾਂ ਵੱਲ ਵਾਪਸ ਜਾਣ ਲੱਗਦੇ ਤੇ ਇੱਥੋਂ ਦੀਆਂ ਬਹੁ ਬੇਟੀਆਂ ਪੁਕਾਰਦੀਆਂ ਤੇ ਗੁਰੂ ਕੇ ਸਿੱਖ ਜਰਨੈਲਾਂ ਦੀ ਅਗਵਾਈ ਹੇਠ ਜੰਗਲਾਂ ਦੀਆਂ ਝੱਲਾਂ ਵਿੱਚੋਂ ਨਿਕਲ ਕੇ ਆ ਕੇ ਦੁਰਾਨੀਆਂ ਤੇ ਅਬਦਾਲੀਆਂ ਤੇ ਹਮਲਾ ਕਰਕੇ ਭਾਰਤ ਦੀਆਂ ਬਹੁ ਬੇਟੀਆਂ ਤੇ ਇੱਥੋਂ ਦਾ ਖਜ਼ਾਨਾ ਫਿਰ ਇਸ ਦੇਸ਼ ਨੂੰ ਵਾਪਸ ਕੀਤਾ ਜਾਂਦਾ। ਉਸ ਵੇਲੇ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਕਹਿਣ ਲੱਗੇ ਅਕਾਲ ਕਾ ਨਾਰਾ ਮਾਰਾ ਤਬ ਗੁਰੂ ਗੋਬਿੰਦ ਸਿੰਘ ਕੇ ਗਾਜੀ ਸਿੰਘੋਂ ਨੇ, ਭੈ ਭੀਤ ਹੋਈ ਅਰ ਕਾਂਪ ਉੱਠੀ ਜੋ ਮਾਨਮਤੀ ਤੁਰਕਾਨੀ थी, पंजाब के बोले शाहद हैं जिसमें लटक रही लीरें, उस भाग रहे दुरानी की पोशाक जहाँ उलझानी थी। बाबा दीप सिंह जी ने जदों दमदमा साहब की पावन धरती ते ये खबरां सुनिया कि अहमद शाह अबदाली अपने पुत्र तैमूर शाह, लाहौर के गवर्नर जहान खान, सैनापति जमाल शाह ਅਤੇ ਹੋਰ ਅਨੇਕਾਂ ਨੂੰ ਇਹ ਹੁਕਮ ਦੇ ਕੇ ਕਿ ਸਿੱਖਾਂ ਨੂੰ ਜਿੱਥੋਂ ਵੀ ਰੂਹਾਨੀ ਸ਼ਕਤੀ ਮਿਲਦੀ ਹੈ, ਇਹਨਾਂ ਦੇ ਗੁਰਧਾਮ ਜਿਹੜੇ ਨੇ ਉਹ ਬਰੂਦ ਨਾਲ ਉਡਾ ਦਿੱਤੇ ਜਾਣ, ਸਰੋਵਰ ਪੂਰ ਦਿੱਤਾ ਜਾਵੇ। ਜਦੋਂ ਇਸ ਤਰ੍ਹਾਂ ਦੀਆਂ ਬੇਅਦਬੀ ਦੀਆਂ ਖਬਰਾਂ ਬਾਬਾ ਦੀਪ ਸਿੰਘ ਜੀ ਨੂੰ
ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਮਿਲੀਆਂ। ਬਾਬਾ ਦੀਪ ਸਿੰਘ ਜੀ ਨੇ ਕਲਮ ਛੱਡ ਆਪਣੇ ਹੱਥਾਂ ਵਿੱਚ 18 ਸ਼ੇਰ ਦਾ 2 ਖੰਡਾ ਪਕੜਿਆ, 2 ਧਾਰਾ ਖੰਡਾ ਪਕੜਿਆ ਤੇ ਖੰਡਾ ਖੜਕਾਉਂਦੇ ਹੋਏ ਉਹਨਾਂ ਨੇ ਗੋਇਲਵਾੜ ਚੱਬੇ ਦੇ ਮੈਦਾਨ ਵਿੱਚ ਆ ਕੇ ਦੁਸ਼ਮਣ ਦੀ ਫੌਜ ਜਿਹੜੀ ਸੀ ਉਹਦੇ ਆਹੂ ਲਾ ਕੇ ਰੱਖ ਦਿੱਤੇ ਤੇ ਆਪਣਾ ਸੀਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਅਰਪਣ ਕਰਕੇ ਮੁਗਲਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਸੀ। ਗੁਰੂ ਪਿਆਰ ਵਿੱਚ ਭਿੱਜ ਕੇ ਸੱਚਮੁੱਚ ਉਹਨਾਂ ਨੇ ਆਪਣਾ ਸੀਸ ਅਰਪਣ ਕੀਤਾ। ਕਿਸੇ ਕਵੀ ਦੇ ਬੋਲ ਨੇ ਕਿ ਦੀਵੇ ਅੰਦਰ ਜਿਉਂ-ਜਿਉਂ ਬੱਤੀ ਸਿਰ ਆਪਣਾ ਕਟਵਾਏ, ਤਿਉਂ-ਤਿਉਂ ਰੋਸ਼ਨ ਬਹੁਤੀ ਹੋਵੇ, ਚਾਨਣ ਘਣਾ ਵਧਾਏ। ਗੁਰੂ ਪਿਆਰ ਵਿੱਚ ਮਿਲ ਕੇ ਕਿ ਸਤਿਗੁਰ ਅੱਗੇ ਸੀਸ ਭੇਟ ਦਿਓ, ਜੇ ਸਤਿਗੁਰ ਸਾਚੈ ਭਾਵੈ। ਕਹਿੰਦੇ ਜਦੋਂ ਮਾਲਕ ਖੁਸ਼ ਹੁੰਦਾ, ਮਾਲਕ ਨੂੰ ਭਾ ਜਾਂਦਾ ਤੇ ਮਾਲਕ ਦੇ ਅੱਗੇ ਆਪਣਾ ਸੀਸ ਅਰਪਣ ਕਰ ਦੇਣਾ ਚਾਹੀਦਾ। ਤੇ ਕਹਿੰਦੇ ਫਿਰ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਨਾਨਕ ਅੰਕ ਸਮਾਵੈ। ਪ੍ਰਭੂ ਜੀ ਜਾਂ ਦਾਸ ਭਾਵ ਗੁਰੂ ਨਾਨਕ ਸਾਹਿਬ ਆਪਣੇ ਨਾਮ ਦੀ ਮੋਹਰ ਛਾਪ ਲਾ ਕੇ ਸ਼ਬਦ ਦੀ ਸੰਪੂਰਨਤਾ ਕਰਦੇ ਨੇ। ਸ਼ੁਰੂਆਤ ਇੱਥੋਂ ਹੋਈ ਕਿ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਕੇਵਲ ਪਾਰਸ ਨੇ ਕੰਚਨ ਸੋਨਾ ਹੀ ਨਹੀਂ ਬਣਾਇਆ। ਕਹਿਣ ਲੱਗੇ ਫਿਰ ਨਾਨਕ ਅੰਕ ਸਮਾਵੈ। ਅੰਕ ਦਾ ਮਤਲਬ ਹੁੰਦਾ ਹੈ ਗੋਦੀ, ਵੀ ਫਿਰ ਮੈਂ ਨਾਨਕ ਨੂੰ ਉਸ ਪਰਮਾਤਮਾ ਦੀ ਗੋਦੀ ਪ੍ਰਾਪਤ ਹੋ ਗਈ, ਉਹਦੀ ਹਜ਼ੂਰੀ ਪ੍ਰਾਪਤ ਹੋ ਗਈ, ਉਹਦੇ ਨਾਲ ਮੇਰਾ ਮਿਲਾਪ ਹੋ ਗਿਆ। ਪਰਮਾਤਮਾ ਰੂਪੀ ਪਾਰਸ ਨੇ ਆਪਣੇ ਵਰਗਾ ਕਰ ਲਿਆ, ਇੱਕ ਮਿਕਤਾ ਹਾਸਲ ਕਰ ਲਈ। ਕਿਉਂਕਿ ਜਦੋਂ ਮਾਲਕ ਕਿਰਪਾ ਕਰਦਾ ਨਾ ਤੇ ਫਿਰ ਸਾਹਿਬ ਕਹਿੰਦੇ ਨਾਨਕ ਅੰਕ ਸਮਾਵੈ ਵਾਲੀ ਜਿਹੜੀ ਅਵਸਥਾ ਹੈ ਉਹ ਸਿੱਖ ਨੂੰ ਪ੍ਰਾਪਤ ਹੋ ਜਾਂਦੀ। ਪਰ ਕਦੋਂ? ਜਦੋਂ ਆਪੇ ਦਇਆ ਕਰੇ ਪ੍ਰਭ ਦਾਤਾ, ਨਾਨਕ ਅੰਕ ਸਮਾਵੈ। ਤੇ ਇਸ ਤੋਂ ਪਹਿਲਾਂ ਕਿ ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੈ ਭਾਵੈ। ਆਪੇ ਦਇਆ ਕਰੇ ਪ੍ਰਭ ਦਾਤਾ, ਨਾਨਕ ਅੰਕ ਸਮਾਵੈ ਵਾਲੀ ਅਵਸਥਾ ਜਿਹੜੀ ਆ ਉਹਨਾਂ ਨੂੰ ਮਿਲ ਜਾਂਦੀ ਹੈ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਕਿਉਂਕਿ ਹਰ ਸਾਲ ਹੀ ਸਰਦਾਰ ਗੁਰਜੀਤ ਸਿੰਘ ਹੋਣਾ ਦਾ ਪਰਿਵਾਰ ਪਹਿਲਾਂ ਆਪਣੇ ਨਗਰ ਰਮਦਾਸ ਦੇ ਨੇੜੇ, ਫਿਰ ਮਾਲ ਬਾਈਪਾ ਜਿੱਥੇ ਇਹਨਾਂ ਦਾ ਘਰ ਹੈ, ਤੇ ਹੁਣ ਹੋਲੀ ਸਿਟੀ ਦੀਆਂ ਸੰਗਤਾਂ ਦੀ ਜੋ ਭਾਵਨਾ ਹੈ ਉਹਨਾਂ ਦੇ ਸਹਿਯੋਗ ਨਾਲ ਹਰ ਸਾਲ ਗੁਰਦੁਆਰਾ ਅਦਾਲਤ ਸਾਹਿਬ, ਜਿੱਥੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਕਰਕੇ ਇਸ ਪਾਵਨ ਅਸਥਾਨ ਨੂੰ ਨਿਵਾਜਿਆ। ਤੇ ਅੱਜ ਵੀ ਅਸੀਂ ਉਸ ਸਥਾਨ ਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਜੀਵਨ ਜਿੱਥੇ ਗੁਰੂ ਕੀ ਬਾਣੀ ਨਾਲ ਜੁੜਿਆ ਹੋਇਆ ਸੀ, ਉੱਥੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਜੀ ਨੇ ਸੰਤ ਸਿਪਾਹੀ ਵਾਲੇ ਗੁਣ ਜਿਹੜੇ ਸਨ ਉਹ ਵੀ ਭਰੇ ਹੋਏ ਸਨ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਇਹ ਸਿਧਾਂਤ ਜਿਹੜਾ ਸੀ ਸਤਿਗੁਰਾਂ ਨੇ ਸਾਨੂੰ ਦ੍ਰਿੜ ਕਰਾ ਦਿੱਤਾ। ਇਸੇ ਲਈ ਭੱਟ ਸਾਹਿਬਾਨ ਨੇ ਇਹ ਬਚਨ ਕਹੇ ਨੇ, ਕਬ ਕੱਲ ਸੁਜਸ ਗਾਵੋਂ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਰਾਜ ਜੋਗ ਨੂੰ ਹੀ 6ਵੇਂ ਪਾਤਸ਼ਾਹ ਦੇ ਸਮੇਂ ਮੀਰੀ ਪੀਰੀ ਦਾ ਗੁਣ ਕਿਹਾ ਗਿਆ ਤੇ ਦਸ਼ਮੇਸ਼ ਪਿਤਾ ਜੀ ਦੇ ਸਮੇਂ ਇਹਨੂੰ ਸੰਤ ਸਿਪਾਹੀ ਕਿਹਾ ਗਿਆ। ਬਾਬਾ ਦੀਪ ਸਿੰਘ ਵਰਗੀ ਸ਼ਖਸੀਅਤ ਵਿੱਚ ਇਹ ਸਾਰੇ ਗੁਣ ਵੇਖ ਕੇ ਕਿਸੇ ਕਵੀ ਨੇ ਲਿਖਿਆ, ਲੈਕਰ ਦੁਤਾਰਾ ਗਾਵੇ ਸੰਗਤ ਮੇ ਵਾਰ ਆਸਾ, ਪਕੜ ਦੁਤਾਰਾ ਬਾਹੀ ਛਤਰ ਸਿਰ ਆਰਾ ਹੈ। ਕਿ ਜਿਹੜਾ ਸਿੱਖ ਮੈਂ 2 ਤਾਰਾ ਸਾਜ ਲੈ ਕੇ ਆਸਾ ਦੀ ਵਾਰ ਦਾ ਕੀਰਤਨ ਕਰਦਿਆਂ ਵੇਖਿਆ, ਜੇ ਲੋੜ ਪਈ ਤੇ ਉਹੀ ਸਿੱਖ 2 ਧਾਰਾ ਖੰਡਾ 18 ਸ਼ੇਰ ਦਾ ਖੜਕਾਉਣ ਵਾਸਤੇ ਵੀ ਤੁਰ ਪੈਂਦਾ। ਮੈਂ ਬੇਨਤੀ ਕਰਾਂ ਕਿ ਭਾਈ ਮਰਦਾਨਾ ਜੀ ਜਿੱਥੇ ਰਬਾਬ ਵਜਾਉਂਦੇ ਸਨ, ਜਿੱਥੇ ਭਾਈ ਸੱਤਾ ਤੇ ਭਾਈ ਬਲਵੰਡ ਜੀ ਗੁਰੂ ਕੇ ਰਬਾਬੀ ਸਨ, ਭਾਈ ਬਾਬਕ ਜੀ ਰਬਾਬ ਵਜਾ ਕੇ ਕੀਰਤਨ ਕਰਦੇ ਸਨ, ਉੱਥੇ ਸੂਰਮਿਆਂ ਵਾਲਾ ਗੁਣ ਵੀ ਇਹਨਾਂ ਦੇ ਵਿੱਚ ਸੀ। ਵੀ ਗੁਰੂ ਨਾਨਕ ਸਾਹਿਬ ਦੇ ਨਾਲ ਜਾਂਦਿਆਂ ਜਾਂਦਿਆਂ ਵੇਖੋ ਕਿਤੇ ਕੌਡਾ ਰਾਖਸ਼ ਵੀ ਆਇਆ, ਕਿਤੇ ਸੱਜਣ ਠੱਗ ਵੀ ਆਇਆ ਤੇ ਨੂਰਸ਼ਾਹ ਜਾਦੂਗਰਨੀ ਵੀ ਆਈ ਹੋਵੇਗੀ। ਜਿਹੜਾ ਗੁਰੂ ਘਰ ਦਾ ਕੀਰਤਨੀ ਹੈ ਨਾ, ਜਿਹੜਾ 1 ਤਾਰਾ ਸਾਜ ਵਜਾਉਂਦਾ ਹੈ ਨਾ, ਉਹ ਸੂਰਮਾ ਇੰਨਾ
ਵੀ ਪ੍ਰਵਾਹ ਕੋਈ ਨਹੀਂ, ਭਾਵੇਂ ਸਾਹਮਣੇ ਜਾਦੂ ਟੂਣੇ ਕਰਨ ਵਾਲੀ ਖੜੋਤੀ ਹੋਵੇ, ਭਾਵੇਂ ਕੌਡਾ ਰਾਖਸ਼ ਖੜਾ ਹੋਵੇ। ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਲੋਹਗੜ੍ਹ ਦਾ ਜੰਗ ਲੜ ਰਹੇ ਸਨ, 3 ਦਿਨਾਂ ਵਿੱਚ ਬੀਬੀ ਵੀਰੋ ਦਾ ਵਿਆਹ ਕਾਰਜ ਦਿਨ ਪੱਕਾ ਕੀਤਾ ਹੋਇਆ ਸੀ। ਇੱਥੇ ਲੱਕੜ ਦੀ ਤੋਪ ਵਰਤੀ ਗਈ, ਸਤਿਗੁਰਾਂ ਨੇ ਪੱਥਰ ਦੇ ਗੋਲੇ ਚਲਾਏ। ਮੁਗਲ ਸਿੱਖਾਂ ਕਹਿਣ ਲੱਗਾ, ਸਤਿਗੁਰੂ ਜੀ ਆਪਾਂ ਸਿਪਾਹੀ ਕਿਉਂ ਮਰਾਉਂਦੇ ਹਾਂ, ਆਪਾਂ ਆਮੋ ਸਾਹਮਣੇ, ਤੁਸੀਂ ਸਿੱਖਾਂ ਦੇ ਜਰਨੈਲ, ਮੈਂ ਮੁਗਲਾਂ ਦਾ ਜਰਨੈਲ, ਤੇ ਆਪਾਂ ਆਮੋ ਸਾਹਮਣਾ ਯੁੱਧ ਲੜੀਏ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਇੱਕ ਸ਼ਰਤ ਹੈ ਵੀ ਪਹਿਲਾਂ 2 ਵਾਰ ਤੈਨੂੰ ਕਰਨੇ ਪੈਣਗੇ, ਅਸੀਂ ਪਹਿਲਾਂ ਵਾਰ ਨਹੀਂ ਕਰਦੇ। ਮੁਗਲ ਸਿੱਖਾਂ ਨੇ ਵਾਰ ਕੀਤਾ, ਸਤਿਗੁਰਾਂ ਰੋਕਿਆ, ਫਿਰ ਵਾਰ ਕੀਤਾ, ਫਿਰ ਰੋਕਿਆ, ਤੇ ਜਦੋਂ ਦੋਵੇਂ ਵਾਰ ਨਿਫਲ ਚਲੇ ਗਏ, ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਐਸੇ ਢੰਗ ਨਾਲ ਵਾਰ ਕੀਤਾ ਕਿ ਐਸ ਪਾਸਿਓਂ ਵਾਰ ਕੀਤਾ, ਦੂਸਰੇ ਪਾਸਿਓਂ ਇਵੇਂ ਚੀਰ ਕੇ ਰੱਖ ਦਿੱਤਾ ਮੁਗਲ ਸਿੱਖਾਂ ਨੂੰ ਜਿਵੇਂ ਸਾਬਣ ਵਿੱਚ ਤਾਰ ਫਿਰਦੀ ਹੈ। ਇਸੇ ਯੁੱਧ ਵਿੱਚ ਜਦੋਂ ਗੋਲੀਆਂ ਤੇ ਗੋਲੇ ਬਰਸ ਰਹੇ ਸਨ, ਗੁਰੂ ਕੇ ਕੀਰਤਨੀਏ ਭਾਈ ਬਾਬਕ ਨੂੰ ਆਵਾਜ਼ ਮਾਰੀ ਕਿ ਘੋੜਾ ਲਿਆਓ। ਇੱਕ ਤਾਰਾ ਸਾਜ਼ ਵਜਾਉਣ ਵਾਲਾ, ਰਬਾਬ ਨਾਲ ਕੀਰਤਨ ਕਰਨ ਵਾਲਾ ਭਾਈ ਬਾਬਕ ਘੋੜਾ ਲਿਆਇਆ। ਸਾਹਿਬ ਕਹਿਣ ਲੱਗੇ, ਘੋੜੇ ਤੇ ਸਵਾਰ ਹੋ। ਘੋੜੇ ਤੇ ਸਵਾਰ ਹੋ ਕੇ ਆਪਣੀ ਸੁਪੁੱਤਰੀ ਬੀਬੀ ਵੀਰੋ ਨੂੰ ਘੋੜੇ ਦੇ ਉੱਪਰ ਬਿਠਾਇਆ ਤੇ ਕਹਿਣ ਲੱਗੇ, ਤੁਹਾਡੀ ਡਿਊਟੀ ਆ, ਵਰ ਦੀਆਂ ਗੋਲੀਆਂ ਵਿੱਚੋਂ ਜੰਗ ਯੁੱਧ ਹੋ ਰਿਹਾ, ਅੰਮ੍ਰਿਤਸਰ ਨੂੰ 4 ਸਫੇਰੇ ਤੋਂ ਫੌਜਾਂ ਘੇਰਿਆ, ਪਰ ਤੁਸੀਂ ਬਹਾਦਰੀ ਨਾਲ, ਜੁਰਤ ਨਾਲ ਬੀਬੀ ਵੀਰੋ ਨੂੰ ਝਬਾਲ ਦੀ ਧਰਤੀ ਤੇ ਚੌਧਰੀ ਲੰਗਾ ਦੀ ਹਵੇਲੀ ਵਿੱਚ ਸੁਰੱਖਿਅਤ ਪਹੁੰਚਾਉਣਾ। ਅਸੀਂ ਜੰਗ ਫਤਿਹ ਕਰਕੇ ਉੱਥੇ ਆ ਕੇ ਫਿਰ ਲਾਵਾਂ ਹੋਣਗੀਆਂ, ਉੱਥੇ ਆਪਣੀ ਬੱਚੀ ਨੂੰ ਆਪਾਂ ਸਿੱਖਿਆ ਦੇ ਕੇ ਫਿਰ ਸਹੁਰੇ ਘਰ ਤੋਰਾਂਗੇ। ਭਾਵ ਉਹੀਓ ਸਿੱਖ ਜਿਹੜਾ 2 ਤਾਰਾ ਸਾਜ਼ ਵਜਾਉਂਦਾ ਹੈ ਨਾ, ਲੈਕਰ 2 ਤਾਰਾ ਗਾਵੇ ਸੰਗਤ ਮੇ ਵਾਰ ਆਸਾ, ਪਕੜ 2 ਧਾਰਾ ਬਾਹੇ ਛਤਰ ਸਿਰ ਆਰਾ ਹੈ, ਕੜਛੀ ਲੈ ਹਾਥ ਵਰਤਾਵਤ ਅਟੁੱਟ ਦੇਗ, ਕਠਨ ਕੁਦੰਡ ਬਾਣ ਵੇਦ ਕਰੇ ਪਾਰਾ ਹੈ, ਭਗਤ ਗਿਆਨ ਪ੍ਰੇਮ ਓ ਵਿਰਾਗ ਕੀ ਸੁਣਾਵੇਂ ਕਥਾ, ਚੜ ਕੇ ਤੁਰੰਗ ਜੰਗ ਲਲਕਾਰਾ ਹੈ, ਤਤ ਗਿਆਨੀ ਗਿਰਹੀ ਉਦਾਸੀ ਜੋਧਾ, ਗੁਰੂ ਚੇਲਾ ਵਾਹ ਵਾਹ ਦਸ਼ਮੇਸ਼ ਜੀ ਕਾ ਖਾਲਸਾ ਨਿਆਰਾ ਹੈ। ਇੱਕੋ ਸਿੱਖ ਵਿੱਚ ਮੇਰੇ ਸਤਿਗੁਰੂ ਨੇ ਇੰਨੇ ਗੁਣ ਭਰ ਦਿੱਤੇ, ਤੇ ਉਹ ਗੁਣ ਬਾਬਾ ਦੀਪ ਸਿੰਘ ਜੀ ਵਿੱਚ ਵੀ ਮੌਜੂਦ ਸਨ। ਹਰ ਪੱਖੋਂ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਉਹ ਬਹੁਪੱਖੀ ਆਪਾਂ ਵੇਖਦੇ ਹਾਂ। ਜਿੱਥੇ ਉਹ ਕਲਮ ਦੇ ਧਨੀ, ਜਿੱਥੇ ਹੱਥੀ ਲੰਗਰ ਵੇ ਸੇਵਾ ਕਰਨ ਵਾਲੇ, ਗੁਰੂ ਕੀ ਬਾਣੀ ਵਿੱਚ ਸਦਾ ਆਪਣੇ ਆਪ ਨੂੰ ਉਹ ਗੜੂੰਦ ਰੱਖਦੇ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਸੀ ਸਭ ਕੁਝ ਤਿਆਗਿਆ ਜਾ ਸਕਦਾ ਹੈ, ਪਰ ਇੱਕੋ ਹੀ ਵਸਤੂ ਹੈ ਜਿਹੜੀ ਕਦੇ ਤਿਆਗਣ ਯੋਗ ਨਹੀਂ, ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰ ਧਾਰੋ। ਵੀ ਇਸ ਪੱਖੋਂ ਨਹੀਂ ਕੋਈ ਰਿਆਇਤ, ਜਿਵੇਂ ਡਾਕਟਰ ਕਹਿੰਦਾ ਹੈ ਨਾ ਵੀ ਬਾਕੀ ਦਵਾਈ ਤੇਰੀ ਮਰਜ਼ੀ ਆ ਖਾਣੀ ਜਾਂ ਨਹੀਂ ਖਾਣੀ, ਪਰ ਆ ਇੰਨੀ ਕੁ ਤੇ ਖਾਣੀ ਪੈਣੀ ਆ, ਫਿਰ ਤੇਰਾ ਇਲਾਜ ਹੋਵੇਗਾ। ਸਾਹਿਬ ਕਹਿੰਦੇ ਆਪਣੀ ਜ਼ਿੰਦਗੀ ਵਿੱਚੋਂ ਸਭ ਕੁਝ ਤਿਆਗ ਦੇ, ਛੱਡ ਦੇ, ਪਰ ਆ ਜਿਹੜਾ ਤੈਨੂੰ ਰੂਹਾਨੀਅਤ ਥਾਲ ਪਰੋਸ ਕੇ ਦਿੱਤਾ ਨਾ ਅਧਿਆਤਮਿਕ ਭੋਜਨ ਦਾ, ਜੇਕੋ ਖਾਵੈ ਜੇਕੋ ਭੁੰਚੈ ਤਿਸਕਾ ਹੋਏ ਉਧਾਰੋ, ਇਹ ਵਸਤ ਤਜੀ ਨਾ ਜਾਈ, ਇਹ ਤਿਆਗਣ ਯੋਗ ਨਹੀਂ, ਛੱਡਣ ਯੋਗ ਨਹੀਂ, ਨਿਤ ਨਿਤ ਰੱਖ ਉਰ ਧਾਰੋ। ਨਿਤਾ ਪ੍ਰਤੀ ਇਹਨੂੰ ਹਿਰਦੇ ਘਰ ਵਿੱਚ ਧਾਰਨ ਕਰਕੇ ਰੱਖ, ਕਿਉਂਕਿ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਤੇ ਕੇਵਲ ਨੇਤੀ ਨਹੀਂ, ਸਾਹਿਬ ਕਹਿੰਦੇ ਸਰਬ ਵੇਲਾ ਮੁਖ ਪਾਵੋ। ਇਹ ਭੋਜਨ ਐਸਾ ਕਿ ਹਰ ਵੇਲੇ ਤੂੰ ਇਸ ਭੋਜਨ ਨੂੰ ਜਦੋਂ ਤੇਰਾ ਚਿੱਤ ਕਰੇ, ਕਦੇ ਸੋਹਲਾ ਸਾਹਿਬ ਪੜ੍ਹ ਲਾ, ਕਦੇ ਸਿੱਧ ਗੋਸ਼ਟ ਪੜ੍ਹ, ਕਦੇ ਸੁਖਮਣੀ ਸਾਹਿਬ, ਕਦੇ ਆਸਾ ਦੀ ਵਾਰ, ਕਦੇ ਲਾਵਾਂ ਦਾ ਪਾਠ, ਕਦੇ ਘੋੜੀਆਂ, ਕਦੇ ਅਲਾਣੀਆਂ, ਕਦੇ ਸੱਧ, ਕਦੇ 7 ਵਾਰ, ਕਦੇ 12 ਮਾਹ। ਆ ਜਿਹੜਾ ਭੋਜਨ ਤੈਨੂੰ ਦਿੱਤਾ ਨਾ, ਸਰਬ ਵੇਲਾ ਮੁਖ ਪਾਵੋ। ਐਵੇਂ ਨਾ ਪੁੱਛਦਾ ਫਿਰੀ ਵੀ ਕਿਹੜੇ ਵੇਲੇ ਕਿਹੜੀ ਬਾਣੀ ਪੜਾਂ। ਉਹ ਤੇ ਲੋਕਾਂ ਨੇ ਬਾਣੀਆਂ ਦੇ ਵਿੱਚ ਵਿਤਕਰੇ ਪਾਉਣ ਦਾ ਯਤਨ ਕੀਤਾ, ਜਦੋਂ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਜਦੋਂ ਵੀ ਤੇਰਾ ਚਿੱਤ ਕਰਦਾ